जियो तू सुल्तान कहाँ हो मियाँ, तेरी खबन बड़ाई। जो तू देहे सो कहा स्वामी, मैं मूरख कहन ना जाई। मैं मूरख की केतक बात है, कोट पराधी तरियारे। गुर नानक जिन सुनिया पेकिया, से फिर घर बात ना परियारे। सुख हो टल गुर सेविया, अहनस सहज सुभाए। दर्शन परसै गुरु के, जन्म मरण दुख जाए। सतनाम धन वाहिगुरु साहिब जी। जो प्रभ रखे आप, तिन कोय न मारी। अंदर नाम निधान, सदा गुण सारी। एका टेक अगम, मन तन प्रभ धारी। लगा रंग अपार, को न उतारी। गुरमुख हर गुण गाए, सहज सुख सारी। नानक नाम निधान, हृदय पुर हारी। परम सत्कारयोग, परम सन्मानयोग, चबर छतर तख्त दे मालिक, वालिए कुल आलम मुजस्मे आबे हयात, बाणी दे बोहित सरवरे कायनात। धन धन गुरु ग्रंथ साहिब जी महाराज, तिन्हां दी पावन पवित्र हजूरी दे विच गुरुद्वारा ਸਿੰਘ सभा कौरती नोवा बैरगमू विखे ਐਤਵਾਰ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਇੱਕੇ ਵਾਰੀ ਕਹਿਣ ਤੇ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜੇ ਗੋਰੇ ਲੋਕ ਹੈ ਉਹ ਐਤਵਾਰ ਨੂੰ ਆਰਾਮ ਕਰਦੇ ਹੈ, ਉਹ ਕੋਈ ਕੰਮ ਨਹੀਂ ਕਰਦੇ, ਆਰਾਮ ਨਾਲ 12-1 ਵਜੇ ਉੱਠਦੇ ਆ, ਰਾਤ ਨੂੰ ਲੇਟ ਸੌਂਦੇ ਆ। ਲੇਕਿਨ ਹੁਣੇ ਹੁਣੇ ਮੇਰੇ ਮਨ ਵਿੱਚ ਵਿਚਾਰ ਆਇਆ, ਬਾਬਾ ਕਬੀਰ ਜੀ ਦਾ ਇੱਕ ਬਚਨ ਹੈ। ਬਾਬਾ ਕਬੀਰ ਜੀ ਕਹਿੰਦੇ ਹੈ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਉਹਦੀ ਸ਼ੁਰੂਆਤ ਐਤਵਾਰ ਤੋਂ ਹੋ ਰਹੀ ਹੈ। ਬਾਬਾ ਕਬੀਰ ਜੀ ਦੇ 7 ਵਾਰ ਬਾਣੀ ਹੈ, 7 ਵਾਰਾਂ 'ਤੇ, ਜਿੱਦਾਂ ਐਤਵਾਰ, ਸੋਮਵਾਰ, ਬੁੱਧਵਾਰ, ਮੰਗਲਵਾਰ, ਇਹ ਸਾਰਿਆਂ 'ਤੇ ਉਹਨਾਂ ਦੀ ਬਾਣੀ ਹੈ। ਅਤੇ ਮੇਰੇ ਦਿਮਾਗ ਵਿੱਚ ਆ ਗਿਆ ਹੁਣੇ ਹੁਣੇ ਫੁਰਨਾ ਕਿ ਬਾਬਾ ਕਬੀਰ ਜੀ ਕਹਿੰਦੇ ਆਦਿਤ ਕਰੇ ਭਗਤ ਆਰੰਭ। ਆਦਿਤ ਦਾ ਆਖਰੀ ਅਰਥ ਹੈ ਐਤਵਾਰ, ਅਤੇ ਮੈਨੂੰ ਲੱਗਾ ਕਿ ਐਤਵਾਰ ਨੂੰ ਤਾਂ ਹੀ ਦੀਵਾਨ ਜਿਹੜੇ ਹੈ ਉਹ ਸਿੱਖ ਕੌਮ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਅਤੇ ਭਾਵਨਾ ਦੇ ਨਾਲ ਮਨਾਏ ਜਾਂਦੇ ਆ, ਲਗਾਏ ਜਾਂਦੇ ਆ। ਬਾਬਾ ਕਬੀਰ ਜੀ ਫਰਮਾਉਂਦੇ ਆਦਿਤ ਕਰੇ ਭਗਤ ਆਰੰਭ,
ਕਾਇਆ ਮਨਸਾ ਮੰਦਰ ਥੰਮ। ਫਿਰ ਕਹਿੰਦੀ ਆ ਸੋਮਵਾਰ ਸਸ ਅੰਮ੍ਰਿਤ ਝਰੇ। ਦੇਖੋ 24 ਘੰਟਿਆਂ ਦੇ ਵਿੱਚ ਤੇਰੇ ਅੰਦਰ ਕਹਿੰਦੇ ਅੰਮ੍ਰਿਤ ਰੂਪੀ ਝਰਨਾ ਕਹਿੰਦੇ ਜਿਹੜਾ ਉਹ ਕਹਿੰਦੇ ਜਿਹੜਾ ਚੱਲਣਾ ਸ਼ੁਰੂ ਹੋ ਜਾਵੇਗਾ। ਇਸੇ ਲਈ ਹੋ ਸਕਦਾ ਮੰਗਲਵਾਰੇ ਲੈ ਮਹੀਪ ਪੰਚ ਚੋਰ ਕੀ ਜਾਣੇ ਰੀਤ ਬੁੱਧਵਾਰ ਬੁੱਧ ਕਰੇ ਪ੍ਰਗਾਸ। ਇਹ ਸਾਰੇ ਮਹਾਰਾਜ ਨੇ ਨਾ ਬਾਬਾ ਕਬੀਰ ਜੀ ਨੇ ਐਤਵਾਰ ਦੇ ਜਿਹੜੇ ਐਤਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਜਿਹੜੇ ਸਾਰੇ ਦਿਨ ਹੈ ਉਹਨਾਂ ਨੇ ਵਿਚਾਰ ਕੀਤੀ। ਤੇ ਮੇਰੀ ਜੋ ਮੈਨੂੰ ਲੱਗਾ ਕਿ ਇਸੇ ਲਈ ਸਿੱਖ ਕੌਮ ਦੇ ਵਿੱਚ ਐਤਵਾਰ ਦੇ ਦੀਵਾਨ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ, ਕਿਉਂਕਿ ਸਵੇਰ ਤੋਂ ਬਾਣੀ ਚੱਲ ਰਹੀ ਹੈ। ਸੁਖਮਨੀ ਸਾਹਿਬ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਏ ਹੈ, ਉਸ ਤੋਂ ਬਾਅਦ ਸੁਖਮਨੀ ਸਾਹਿਬ, ਫਿਰ ਆਪ ਜੀ ਨੇ ਕੀਰਤਨ, ਤੇ ਹੁਣ ਆਪਾਂ ਕਥਾ ਵਿਚਾਰ ਤਕਰੀਬਨ 1 ਵਜ ਜਾਣਾ ਆਪਾਂ ਨੂੰ ਇਹ ਸਾਰੇ ਕਾਰਜ ਕਰਦੇ ਆ। ਆਓ ਸਾਧ ਸੰਗਤ ਜੀ, ਜੋ ਦਾਸ ਆਪ ਜੀ ਦੇ ਲਈ ਇਸ ਵਾਰ ਥਾਲੀ ਵਿੱਚ ਪਰੋਸ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਕੁਝ ਹੀਰੇ ਤੇ ਮੋਤੀ ਆਪ ਜੀ ਲਈ ਲੈ ਕੇ ਆਇਆ, ਉਹਨਾਂ ਦੇ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਆਪਾਂ ਕੀਤੀ ਹੈ। ਉਹ ਸ਼ਬਦ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿਰਲੇਖ ਹੈ, ਸ਼ਲੋਕ 12 ਤੇ ਵਧੀਕ, ਜਿਹੜੇ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਤੋਂ ਪਹਿਲਾਂ 22 ਸ਼ਲੋਕ ਪੜ੍ਹਦੇ ਰੱਤੇ ਸੇਈ ਜੇ ਮੁਖ ਨਾ ਮੁੜਨ ਜਿਨੀ ਸਜਾਤਾ ਸਾਈਂ, ਉਹਦਾ 5ਵਾਂ ਸ਼ਲੋਕ ਦਾ ਪਾਠ ਜਿਹੜਾ ਨਾ ਉਹ ਆਪ ਸਾਰਿਆਂ ਨੇ ਸਰਵਣ ਕੀਤਾ। ਸ਼ਲੋਕ ਦੀਆਂ ਆਰੰਭ ਵਾਲੀਆਂ ਪੰਕਤੀਆਂ ਹਨ, ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ। ਜਿਹਦੇ ਉੱਪਰ ਪਰਮਾਤਮਾ ਅਸੀਂ ਪੜ੍ਹਦੇ ਹਾਂ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ। ਜਿਹਦੇ ਤੇ ਪਰਮਾਤਮਾ ਆਪਣਾ ਹੱਥ ਰੱਖ ਦੇਵੇ ਨਾ, ਦੁਨੀਆ ਦੀ ਕੀ ਤਾਕਤ ਹੈ ਉਹਨੂੰ ਜਿਹੜਾ ਉਹਦਾ ਵਾਲ ਵੀ ਵਿੰਗਾ ਹੋ ਸਕਦਾ। ਮਹਾਰਾਜ ਫਰਮਾਉਂਦੇ ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ। ਉਹਦੀ ਮੌਤ ਜਿਹੜੀ ਹੈ ਉਹਨੂੰ ਦੁਨੀਆ ਦੀ ਕੋਈ ਤਾਕਤ ਉਹਦਾ ਕੁਝ ਨਹੀਂ ਵਿਗਾੜ ਸਕਦੀ। ਅਸੀਂ ਬਚਨ ਪੜ੍ਹਦੇ ਹਾਂ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ, ਵਿੱਚ ਕਰਤਾ ਪੁਰਖ ਖਲੋਹਾ ਵਾਲ ਨਾ ਵਿੰਗਾ ਹੋਵਾ। ਉਹਦਾ ਵਾਲ ਵੀ ਕੋਈ ਵਿੰਗਾ ਨਹੀਂ। ਇੱਕ ਸਾਖੀ ਦੇ ਨਾਲ ਮੈਂ ਆਪ ਜੀ ਦੇ ਨਾਲ ਸਾਂਝ ਪਾਵਾਂ, ਕਿਉਂਕਿ ਸਾਖੀ ਦੇ ਨਾਲ ਇਸ ਪੰਕਤੀ ਨੂੰ ਸਮਝਣਾ ਬਹੁਤ ਆਸਾਨ ਹੋ ਜਾਂਦਾ। ਤੇ ਮੈਨੂੰ ਪਤਾ ਵੀ ਹੈ ਕਿ ਸੰਗਤ ਦੀ ਖੁਰਾਕ ਜਿਹੜੀ ਹੈ ਨਾ ਉਹ ਸਾਖੀ ਵੀ ਨਾਲ ਹੈ। ਜਿੱਥੇ ਗੁਰੂ ਦੀ ਬਾਣੀ ਹੈ ਉੱਥੇ ਨਾਲ ਇਤਿਹਾਸ ਸਾਖੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਰਬਾਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ, ਅੰਮ੍ਰਿਤਸਰ ਦੀ ਧਰਤੀ ਤੇ ਜਿਹੜਾ ਬਾਬਾ ਪ੍ਰਿਥੀ ਚੰਦ ਹੈ ਉਹਨਾਂ ਦਾ ਵੱਡਾ ਭਰਾ, ਉਹ ਜਾ ਕੇ ਰਾਜ ਦੇ ਦਰਬਾਰ ਦੇ ਵਿੱਚ ਜਹਾਂਗੀਰ ਦੇ ਅੱਗੇ ਸ਼ਿਕਾਇਤਾਂ ਲਾਉਂਦਾ ਕਿ ਜਿਹੜੀ ਇਹ ਦਸਤਾਰ ਹੈ ਉਹ ਤਾਂ ਸਜਾਈ ਜਾਣੀ ਸੀ ਮੇਰੇ ਸਿਰ ਤੇ, ਕਿਉਂਕਿ ਮੈਂ ਵੱਡਾ ਸੀਗਾ, ਲੇਕਿਨ ਬਾਬਾ ਬੁੱਢਾ ਜੀ ਨੇ ਗਲਤੀ ਕਰਤੀ। ਇਹ ਉਹਦੇ ਸ਼ਬਦ ਹੈ, ਗਲਤੀ ਕਰ ਦਿੱਤੀ, ਉਹਨਾਂ ਨੇ ਮੇਰੇ ਛੋਟੇ ਭਰਾ ਦੇ ਸਿਰ ਤੇ ਸਜਾ ਦਿੱਤੀ। ਤੇ ਹੁਣ ਆਪਣੇ ਕੋਲ ਇਹ ਤਰੀਕਾ ਹੈ, ਹੁਣ ਆਪਾਂ ਛੋਟੇ ਭਰਾ ਨੂੰ ਤੁਸੀਂ ਮੇਰੀ ਮਦਦ ਕਰੋ, ਆਪਾਂ ਉਹਨੂੰ ਹਰਾਈਏ। ਹਰਦਾ ਤੇ ਠੀਕ ਹੈ, ਨਹੀਂ ਤੇ ਉਹਦਾ ਮਾਰੀਏ ਤੇ ਇਹ ਜਿਹੜੀ ਦਸਤਾਰ ਹੈ ਉਹ ਮੇਰੇ ਸਿਰ ਤੇ ਆਵੇ। ਤੇ ਜਹਾਂਗੀਰ ਨੇ ਕੀ ਕੀਤਾ? ਜਹਾਂਗੀਰ ਨੇ ਆਪਣੇ ਰਾਜ ਦੇ ਵਿੱਚੋਂ ਇੱਕ ਯੋਧੇ ਨੂੰ ਭੇਜਿਆ, ਉਹਦਾ ਨਾਮ ਹੈ ਸੁਲਹੀ। ਸੁਲਹੀ ਨੂੰ ਭੇਜਿਆ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰਨ ਵਾਸਤੇ। ਇਹ ਸਾਖੀ ਜਿਹੜੀ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਪ੍ਰਮਾਣ, ਇਹਦੇ ਹੀ ਮੋਹਰ ਲਾਉਂਦੇ ਪਏ ਆ ਗੁਰੂ ਗ੍ਰੰਥ ਸਾਹਿਬ ਜੀ ਕਿ ਸੁਲਹੀ ਆਇਆ ਸੀ ਮਾਰਨ ਵਾਸਤੇ। ਤੇ ਜਦੋਂ ਆ ਰਿਹਾ ਤੇ ਰਸਤੇ ਵਿੱਚ ਆਉਂਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗ ਗਿਆ ਦਰਬਾਰ ਸਾਹਿਬ 'ਚ ਬੈਠਿਆਂ ਕਿ ਸੁਲਹੀ ਸਾਡੇ ਤੇ ਚੜ੍ਹ ਕੇ ਆ ਰਿਹਾ। ਤੇ ਉੱਥੇ ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸਲਾਹ ਕੀਤੀ, ਕਹਿੰਦੇ ਮਹਾਰਾਜ ਆਪਾਂ ਇਦਾਂ ਕਰੀਏ, ਸੁਲਹੀ ਆ ਰਿਹਾ ਸਾਡੇ ਤੇ ਚੜ੍ਹਾਈ ਕਰਕੇ, ਉਹਦਾ ਲਸ਼ਕਰ ਹੈ, ਉਹਦੀ ਫੌਜ ਉਹਦੇ ਨਾਲ ਹੈ, ਤੇ ਮਹਾਰਾਜ ਇਦਾਂ ਕਰੋ 2 ਅੱਖਰ ਲਿਖ ਦਿਓ ਤੇ ਅਸੀਂ ਜਾ ਕੇ ਉਹਨੂੰ ਕਹੀਏ ਵੀ ਅਸੀਂ ਫਕੀਰ ਲੋਕ ਆ, ਸਾਡੇ ਤੇ ਤੂੰ ਹਮਲਾ ਕਰਕੇ ਕੀ ਲੈਣਾ, ਤੂੰ ਆਪਣਾ ਰੁੱਖ ਜਿਹੜਾ ਕਿਸੇ ਹੋਰ ਪਾਸੇ ਨੂੰ ਕਰ ਲੈ। ਉੱਥੇ ਮਹਾਰਾਜ ਕਹਿੰਦੇ ਨਹੀਂ, ਮੈਂ 2 ਪੱਤਰ ਨਹੀਂ, 2 ਅੱਖਰ ਨਹੀਂ ਲਿਖ ਕੇ ਭੇਜਣੇ, ਮੈਂ ਕੋਈ ਉਹਨੂੰ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਇਹ ਇੱਕ ਕਿਸਮ ਦੀ ਬੇਨਤੀ ਹੋ ਜਾਵੇਗੀ। ਮਹਾਰਾਜ ਕਹਿੰਦੇ ਨਹੀਂ ਲਿਖ ਕੇ ਭੇਜਣਾ। ਫਿਰ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਕਿਹਾ ਜੇ 2 ਪੱਤਰ ਲਿਖ ਕੇ ਨਹੀਂ ਭੇਜਣੇ ਤੇ ਸਾਨੂੰ ਹੁਕਮ ਕਰੋ, ਅਸੀਂ ਜਾ ਕਰਕੇ ਉਹਨੂੰ ਰਸਤੇ ਵਿੱਚ ਰੋਕੀਏ, ਉਹਨੂੰ ਸਮਝਾਈਏ, ਉਹਦੇ ਨਾਲ ਸੁਲ੍ਹਾ ਕਰੀਏ ਵੀ ਤੂੰ ਸਾਡੇ ਤੋਂ ਕੀ ਲੈਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਵੀ ਕੰਮ ਨਹੀਂ ਕਰਨਾ।
फिर बाबा बुढ़ा जी ने, भाई गुरदास जी ने तीसरी बेनती की महाराज नूं, कहंदे महाराज पत्रिका लिख के नहीं भेजनी, दो बंदे तुसी सुलह करन वास्ते नहीं भेजने, फिर सानू हुक्म करो असी डांगा ते सोटे ते किरपाना लैके उहदा मुकाबला करिए, उहदा मुकाबला करिए। ते गुरु अर्जन देव जी महाराज कहंदे ये भी काम नहीं करना। इसका जिक्र गुरु ग्रंथ साहब जी महाराज दे आसा राग च है। प्रथमे मता जे पत्री चलावो, पत्रका कहंदे लिख के भेजो। पहला मता यह है, पहली साडी सलाह यह है, आप जी नूं बेनती है कि पत्रका लिख के पहुँचावो। प्रथमे मता जे पत्री चलावो, द्वितीय मता दोए मानुक पहचावो। द्वितीय मता दूजी सलाह यह है, दो बंदे भेजे जान। तृतीय मता किछ करो उपाया, ते गुरु अर्जन देव जी कहंदे मैं सब किछ छोड़ प्रभ तू ही ते आया, मैं सब किछ छोड़ प्रभ तू ही ते आया। वो हुण जिहड़ा सुलही खां आ रहा सी ना, रस्ते दे विच बाबा प्रिथी चंद दा इट्टां दा भट्ठा सी हेहर पिंड विच। हेहर पिंड विच इट्टां दा भट्ठा देखण लगा। सुलही खां नूं बाबा प्रिथी चंद कहंदा रस्ते विच रुक जा, थोड़ा आराम कर, आपां गलबात करदे आं, मैं तैनूं अपना कारोबार दिखाउणा, मेरे कोल आ कारोबार है। सुलही खां नूं लै गया अपने इट्टां दे भट्ठा दिखाउण वास्ते। परमात्मा दी ऐसी खेड़ वरती, जिस घोड़े दे उपर सुलही खां उन्हां दा इट्टां दा भट्ठा देख रहा सीगा, वो घोड़ा अचानक ही किते डर गया, किते तरपक गया, वो इट्टां दे भट्ठे दे विच आप भी डिग गया ते नाल सुलही खां नूं भी लैके डिग गया, मर गया। हुण इट्टां दा भट्ठा गर्म है, उत्थे अग है। हुण मुसलमान धर्म दे विच अग दे विच जिहड़ा सड़दा उहनूं नहीं मनदे, उहनूं नापाक कहंदे आ, ये कहंदे अपवित्र हो गया। उत्थे फिर महाराज ने बचन उचारिया, सुलही ते नारायण राख। सुलही नूं रब ने राह च ही रख लिया। प्रथमे मता जे पत्री चलावो, द्वितीय मता दोए मानुक पहचावो, तृतीय मता किछ करो उपाया, मैं सब किछ छोड़ प्रभ तू ही ते आया। ते आरंभ वालियां पंक्तियां, जो प्रभ रखे आप तिन कोय ना मारी। प्रथमे मता जे पत्री चलावो, द्वितीय मता दोए मानुक पहचावो, तृतीय मता किछ करो उपाया। गुरु अर्जन देव जी कहंदे मैं सब किछ छोड़ प्रभ तू ही ते आया। इसे नूं गुरु अर्जन देव जी कहंदे है, महाराज कहंदे है कि तू सारियां आसां छड्ड, तर जियरे एक टेक तू एक ते आसरा ला अपना। तर जियरे एक टेक तू लाहे बिडानी आस, नानक नाम ध्याई है कारज आवे, कारज आवे। हुण साडी प्रॉब्लम यह है, साडे काम नहीं हुंदे, लेकिन गुरु साहब कहंदे आ भी कारज हो जाणगे। लेकिन वो शर्त लाउंदे आ, तर जियरे एक टेक तू लाहे बिडानी आस, लाहे बिडानी आस। पहली ते अपने माँ बाप की आस ला दे, भैन भरा की आस ला दे, रिश्तेदारां की आस ला दे, वो परमात्मा ते आस ला। क्योंकि ये भी जड़ियां आसां ना, ये भी आसां दा कोई यकीन नहीं गा, इन्हां ने किहड़े वल्ले तेरे हेठों पौड़ी खिंच लैनी है। महाराज कहंदे आ, तर जियरे एक टेक तू लाहे बिडानी आस, नानक नाम ध्याई है कारज आवे रास। सुलही ते नारायण राख, सुलही का हाथ कहीं ना पहुँचे। सुलही का हाथ नहीं पहुँचा इत्थे तक, सुलही का हाथ कहीं ना पहुँचे, सुलही हुए मुआ ना पाक। फिर रब ने पता की किता, कड कुठार, रब ने अपना कुहाड़ा कढ़िया, कड कुठार खसम सिर काटिया। जिन रचिया, जिन परमात्मा ने उहदा शरीर बनाया सी ना, जिन रचिया तिन दीनों धाक, उन्ने ही धकता पिछले पासे नूं। जिन रचिया, जिस परमात्मा ने उहदा शरीर बनाया, उन्ने ही उन्होंने धक दिता नरकां वाले पासे नूं। सुलही ते नारायण राख, सुलही का हाथ कहीं ना पहुँचे, सुलही होए नुआ मुआ ना पाक। कड कुठार खसम सिर काटिया, जिन रचिया तिन दीनों धाक। एक असीं ना जदों दरबार साहब तो शाम नूं कीर्तन की संपूर्णता हुंदी है, ते असीं उत्थे एक शब्द सुनदे आ, थिर कर बैसो, थिर कर बैसो। मैं एक बेनती करा, जे सानू किसी ने कुछ कह दिता तो इको दम ना उहदे ते चढ़ाई कर दिया करो, थोड़ा जिहा इंतजार कर लिया करो। हो सकदा इको दम गुस्से विच लिया गया फैसला
सानू लोहे दियां राडां दे पिछे पहुंचा देवे। मेरी बेनती है, मैं ये अजमा के देखिया हुई गल्लां। महाराज कहंदे थिर कर बैसो हर जन प्यारे, सतगुरु तुमरे दुष्ट दूत परमेसर मारे, जन की पैज रखी करतारे। एक होर असीं वचन पढ़ते हैं, हर हर जुग जुग भगत उपाया, पैज रखदा आया राम राजे, हर नाकश दुष्ट हर मारिया, प्रहलाद तराया, अहंकारियां निंदका पिठ दे। इन्हां वल परमात्मा की पिठ है जी, अहंकारियां निंदका पिठ दे, नाम दियो मुख लाया, नाम दियो मुख लाया। महाराज कहंदे है जो प्रभ रखे आप तिन कोई ना मारी। जिहदे ते परमात्मा की बख्शिश होवे ना, जिहदे ते परमात्मा की बख्शिश होवे, जिहदे ते परमात्मा की बख्शिश होवे, बड़े ध्यान नाल सुणो जी गल कहण लगा। हुण आपां बाबा अकाली फूला सिंह वाल आउण लगे हैं। जिहदे ते परमात्मा की बख्शिश होवे, वो कलर जमीन दे विचों भी कमल का फुल पैदा कर दिंदा है, उन्होंने भी नहीं मरण दिंदा, उहदे बीज नूं भी नहीं, कमल दे फुल नूं कलर खेती दे विच सुट्टिया जावे, वो नहीं सड़दा, क्योंकि जो प्रभ रखे आप तिन कोई ना मारी। वो फिर कमल का फुल इत्थे बैठ जावे लग पे। कोई गल नहीं, बच्चे नूं बिठाओ, आदतां पाओ उपर बैठण दियां, महाराज इन्हां ते बख्शिश करे। जो प्रभ रखे आप तिन कोई ना मारी। मैं बेनती कर रहा सीगा, जे परमात्मा की बख्शिश हो जावे, वो कमल दे फुल कलर धरती विच बीजिया होया बीज, उन्नू अजाई नहीं जान दिंदा, उन्नू सड़न नहीं दिंदा, उहदे विचों भी कमल का फुल पैदा करके वो उन्नू पैदा कर दिंदा। और जथेदार सिंह साहिब बाबा अकाली फूला सिंह जी, बड़े उन्होंने नाम के नाल जी तखल्लस है। आपां ना समय तो देखे अकाली शब्द की भी करनी है परिभाषा, अकाली किनू कहा गया, पता सारियां नूं मैं अकाली कौन है, लेकिन अज साडियां ने अकाली की जिहड़ी परिभाषा वो बिगाड़ के रख दी है। ये भी आपां विचार करनी है। किसी नूं मैं पहला माफ़ी मंग लेना, क्योंकि मैं भाई कान सिंह नाभा और गुरु ग्रंथ साहब जी महाराज उन्होंने समर्पित गल करदा। मैनू उस तो बगैर, उहदे सिद्धांत तो बगैर उरे परे आपां किते नहीं होना। भाई कान सिंह नाभा जी ने ना अकाली शब्द की दिती हुई है परिभाषा। उन्हां दा जन्म 1761 पिंड का नाम है शीया, शीया शब्द, ते शीया शब्द गुरु ग्रंथ साहब विच शेर वास्ते आया। बांगर का इलाका शीया पिंड का नाम है, ते शीया शब्द गुरु ग्रंथ साहब दे विच शेर वास्ते आया। असीं बचन पढ़दे हां, शीया बाजा चरगा कुइयां इन्हां खवाले घाह, ये चारे जानवर है जिहड़े मांस खाण वाले है। पहला शीया का खरी अर्थ है शेर, बाज का खरी अर्थ बाज आप जी समझदे हो। शीया बाजा चरगा कुइयां इन्हां खवाले घाह। बांगर दे इलाके दे विच परिपूर्ण परमात्मा ने एक शेर पैदा किया। वो शेर ऐसा पैदा होया, वो जदों शेर अपनी जवानी में आया, उस शेर ने होर गिद्दड़ां नूं ठंडे बाटे की पौल छका के उन्होंने भी उन्होंने शेर बना दिता। ये है बाबा अकाली फूला सिंह का जीवन। 1761 पिंड उन्हां दा शीया, उन्हां दे परिवार का नाम है भाई साहब भाई ईश्वर सिंह जी। ईश्वर सिंह दे घर दे विच, ईश्वर सिंह एक रब नूं मन्नण वाली रूह है। उहदे घर दे विच ये जिहड़े बाबा जी का फूला सिंह जी का एक बच्चे का जन्म होया 1761 विच। हुण 1761 दे विच एक थोड़ी जी होर नाल घटना आप जी दे नाल मैं करनी चाहांगा। अहमद शाह अब्दाली 1762 दे विच पंजाब की धरती ते सिखां दा खुरा खोज मटाउण की तैयारी कर रहा। ठीक है जी, जिहड़ा वड्डा घल्लूघारा होया। बड़े ध्यान नाल देखो कित्थे कित्थे गल्लां जाके ये आपस रलदियां। अहमद शाह अब्दाली थोड़ा जिहा पिछे ना एक बारी बेनती करियो भी थोड़ा जिहा बच्चों नूं कंट्रोल कर लो। एक मेरा वीर उठ के जावे पिछे, उन्होंने कहो भैणां नूं कि बच्चों नूं एक बारी कंट्रोल करो। 1761 दे विच इधर अकाली फूला सिंह जी का जन्म हो रहा, ते दूजे पासे अहमद शाह अब्दाली
पंजाब की धरती ते सिखां दा खुरा खोज मटाउण की कोशिश कर रहा, विਉਂਤਬੰਦੀ कर रहा। उन्हें अपने सारे सिपाहियां ते वजीरां नूं बुलाया, कहंदा एक ऐसी तोप तैयार की जावे जिस तोप दे बराबर कोई ना टिके। ये तोप पुछया कादे वास्ते वरतनी है, कहंदा मैं जानदा ते हाँ इन्हां नूं चंगी तरह। इन्हां दा एक गुरु होया ਜਿਹੜਾ ਇਹਨਾਂ ਨੂੰ पानी ਵਿੱਚ घोल के कुछ शरबत पिला गया। ये ਉਹਦੇ लफ्ज़ है, आबे हयात इनको दियो है। आबे मैंने पानी, हयात मैंने जिंदगी, पानी ਵਿੱਚ घोल के एक नवी जिंदगी इन्हां ਨੂੰ दे गया। कहंदा मैनू पता तो है, नादर शाह दे कोलों मैं इन्हां दे बारे सुनिया तो है। ये घोड़ियां दियां काठियां ते रहिंदे, इन्हां नूं घरां दी कोई परवाह नहीं। इन्हां फाकियां दे दिन कटदे, फाके मैंने भुख दे दिन कटदे, ये छोले खा के अपना गुजारा करदे। ते जे किते बगानी औरत दे उपर कोई मुश्किल आउंदी है ते ये दौड़ के ओदी जान, ओदी इज्जत, ओदी आबरू जिहड़ी है वो बचाउंदी है। ये मैं सारा सुनिया, पर हुण मैनू एक विਉਂਤਬੰਦੀ करनी पैनी है। वो विਉਂਤਬੰਦੀ तां कर रहा सीगा, उन्हें 5 हमले पंजाब ते कर दिते है, ਜਾਂ ਭਾਰਤ ਤੇ कह लीए 5 हमले ਉਹਦੇ 1761 तक हो चुके है। कहता ਜਦੋਂ भी मैं दिल्ली लुट के पंजाब ਦੇ ਵਿੱਚੋਂ ਜਾਣਾ ना, ये ਐਡੇ है, कहता ये मेरा भार हौला कर ਦਿੰਦੇ है। मेरी गल समझ गए? जे मैं इत्थों दियां जवान धीआं दिल्ली तो लुट के पंजाब दे विचों जाना लैके ते ये रस्ते च उन्हां नूं छड़ा के उन्हां दे घर पहुँचाउंदे। मैनू इन्हां बारे सारा कुछ पता, लेकिन एक ऐसी तोप तैयार की जावे। उन्हें फिर गल कीती है अपने सर बुलंद खान नाल, जिहड़ा उहदा मुख वजीर है। वो मुख वजीर ने सर बुलंद खान ने कहा, कहंदा तोप तैयार हो जाएगी, लेकिन असी कहंदा इकट्ठ करते हैं सारे इलाके दे विच ते लोहार इकट्ठे कीते। लोहार जिहड़ा लोहे दा काम करते हैं, वो लोहार इकट्ठे कीते। उन्हां लोहारां दे विचों एक लोहार, उहदा नाम सी शाही नज़ीर। वो नज़ीर कहंदा मैनू एक हुक्म किया जावे, मैनू एक मता बना के दिता जावे, तां जो मैं अपने इलाके दे विचों जिस घर विच भी पुराने तो पुराना भांडा धात का बनया होया, वो मैं धात जिहड़ी आ चक लियावां, मैनू कोई रोक ना होवे। उन्हें 7 धातां इकट्ठियां कीतियां जी। हर घर दे विचों पुराने तो पुराना भांडा, वो जिहड़ा 7 धातां दा बनया सी, वो उन्हें इकट्ठा कीता। वो उन्हें इकट्ठा करके उन्होंने पिघला के एक उन्हें तोप तैयार की है जी। ये तोप 1762 के शुरुआती विच तैयार हो रही, माफ़ करना 1761 के अखीर विच तोप तैयार हो रही है। ये तोप तैयार हुई, ये उन्हें की किया, ये जो उन्हें 20 किलो बरूद पाया। हुण उहदी तोप नूं देख के चलाउणा सीगा, टेस्ट करना सीगा। जदों तोप चलाई गई, उस तोप ने मिट्टी धरती हिला दी। बड़ी जबरदस्त तोप बनी। कहंदा ये तोप दिखाई जावे अबदाली नूं। अबदाली कहंदा मेरे सामने चलाई जावे। उहदे सामने तोप चलाई गई। वो तोप देख के हैरान हो गया। कहंदा इहदा नाम की रखिया, इहदा नाम की रखिया? कहंदे इहदा नाम रखिया होया आतिशबाज। आतिशबाज जिहड़ी मूँह दे विचों अग कढदी है। तरीके अज़दाह आतिशबाज। तरीके का आखिरी अर्थ है, तरीके का आखिरी अर्थ है तोप। अज़दाह का आखिरी अर्थ है शेर, ते आतिशबाज का आखिरी अर्थ है जिहड़ा शेर मूँह दे विचों अग कढदा, गल नहीं करता, सिर्फ अग निकलदी है। ये नाम रखिया गया। कहंदा नहीं, इहदा नाम कहंदा बदलिया जावे। इहदा नाम कहंदा बदल के ते कोई कहंदे धार्मिक नाम रखिया जावे। कहंदे क्यों? क्योंकि मैं इस तोप नूं कहंदे जिहाद वास्ते वरतनी है, धर्म दे फैलाउण वास्ते वरतनी है। जिन्नी देर तक सिख कौम नहीं मुकदी ना, उन्नी देर तक असी इत्थे राज नहीं कर सकते। ते मैं बेनती करां, अहमद शाह अबदाली तां की इत्थे तां उस तों पहलां बाबर ते हुण दे भी बाबर जिहड़े आए, उन्हां दा भी इक्को काम है, किसे तरीके दे नाल सिख कौम नूं खत्म किया जावे। ते मैं तुहानूं एक बेनती करना चाहुंदा, जिहड़े विदेशां दी धरती विच रहिंदे है, बड़े ध्यान नाल सुणिओ। अपने आप नूं तुसीं इन्ने सिक्योर रखो, जे पंजाब दे उपर कोई मुसीबत पैंदी है ते तुहाडी इन्नी हिम्मत होवे कि तुसीं विदेश विच बैठ के पंजाब दी धरती दे लोकां दी मदद कर सकदे हो।
अपने आप नूं इन्ने सिक्योर रखो, क्योंकि मैं ये गल मैं तुहाडे सामने बैठे मैं तुहाडी बटरिंग नहीं कर रहा। किन्ने काम तुसीं पंजाब दी धरती ते करदे हो। आ हुण नवां काम जिहड़ा होया, पंजाब हड़ां दी मार विच आया, किसे ने भी पंजाब दी धरती दे वास्ते पैसिਆਂ दा ऐलान नहीं कीता। जे सब तो पहला पैसा आया ते विदेशों की धरती तो आया। क्यों आया? क्योंकि तुहाडे अंदर गुरु नानक की धरती दे वास्ते एक तड़प बैठी हुई है कि ये गुरु नानक की मिट्टी दे विच पैदा होए आ, असी भी उसे मिट्टी विचों हाँ ते असी इन्हां नूं रुल नहीं देना। चाहे साडे भरा कुछ करदे आ जां नहीं करदे, असी फिर भी इन्ने कुछ समर्थ हाँ कि इन्हां दे मूँह दे विच निवाला पा दिंदे आ तां जो ये रोटी तां खा सकते हैं, इन्हां दे अंदर सुवास तां जिहड़े है वो तां चलदे रहन, ये तुहाडे अंदर है। खैर उन्हें कहा कि मैं इन्हां नूं कहंदा मैं खत्म करने, कहंदा जिन्नी देर तक कहंदा ये नहीं कहंदा खत्म हुंदे उन्नी देर तक कहंदा मैं राज नहीं कर सकदा। खैर मैं अगे चलना ते उन्हें कहा फिर इहदा नाम की रखिया जावे, कहंदा इहदा नाम रखिया जावे धार्मिक। उन्हें फिर इहदा नाम रखिया गया धार्मिक नाम रखिया। वो धार्मिक नाम एक नाले 19 नूं कह रहे है ओके, उन्होंने धार्मिक नाम रखिया इहदा। वो धार्मिक नाम एक चश्मे दे विचों आया सीगा, चश्मे का नाम सी जमजमा, उहदे चों उहदा नाम रखिया, उहदा वो नाम रखिया गया। खैर मैं अगे चला। वो जदों तोप बनी है, वो पहला हमला जदों पंजाब की धरती ते करन लगा ना, घल्लूघारे तो पहला भंगी मिसल वालियां ने पहला ओदी तोप ही खोली। पहले हमले विच भंगी मिसल वालियां ने ओदी तोप खोली। ये तोप जिहड़ी सी ना, फिर ये बाबा अकाली फूला सिंह ने 1807 दे विच जिहड़ी सीगी वो मुल्तान नूं फतेह करन वास्ते वरती। उन्होंने भंगी मिसल वालियां ने जिहड़ी तोप सीगी वो खो के उन्होंने अपने कब्जे कर ली। चलो 1762 दे विच ये अहमद शाह अब्दाली आया, बड़े गुस्से नाल आया, वड्डा घल्लूघारा होया। इस घल्लूघारे दे विच साडा इतिहास कह रहा पौनी सिख कौम एक दिन विच शहीद हो गई। पौनी सिख कौम एक दिन विच शहीद हो गई। जस्सा सिंह आलूवालिया, जस्सा सिंह रामगढ़िया, भाई ईशर सिंह, ये सारे वगैरा इन्हां सारियां दे शरीर ते तुसीं मन्नोगे 22 तो घट किसी दे फट नहीं लगे सी इस वड्डे घल्लूघारे विच। 22 फट इन्हां दे कल्ले कल्ले दे शरीर ते और ये सहकदे सीगे। खैर चलो परमात्मा ने इन्हां ते बख्शी कीती। मैं अगे चलना। भाई ईशर सिंह दे घर 1761 दे विच बाबा फूला सिंह दा जन्म होया। ये वड्डे घल्लूघारे दे विच भाई ईशर सिंह बहुत ज़्यादा जख्मी हो गए। इन्हां नूं जख्मी हालत दे विच इन्हां नूं वापस लैके आंदा गया ते कुछ समय दे बाद इन्हां दी मौत हो गई। हुण 1 साल की उम्र है बाबा फूला सिंह दी। इत्थे मैं एक ना आप जी नाल सांझ पावांगा होर गल दी। साडे कोल इतिहास दे विच कुछ ऐसे हीरे मोती हैं जिन्हां दे माँ बाप बचपन दे विच चढ़ाई कर गए, या माँ चढ़ाई कर गई या बाप चढ़ाई कर गया। कुदरती गल है जदों माँ ते बाप दे विचों एक जना चढ़ाई कर जावे, वो बच्चे दा हिरदा दुखी हो जाता, वो बच्चा वैराग विच आ जाता। ते मैनूं इदां लगदा उस बच्चे ने वैराग दे विचों परमात्मा दे घर दे विच आवाज़ मारी ते परमात्मा ने उन्होंने गुरु रामदास बना के अमृतसर की धरती ते एक साडे कोल इह इतिहास विच गुरु रामदास जी दे माँ बाप भी बचपन दे विच चढ़ाई। दूसरा तुसी संत प्रेम सिंह जी की बरसी मनाउंदे हो। संत प्रेम सिंह जी दे माता जी बचपन में चढ़ाई कर गए है। उदों बाद ईरान का एक फिलोसफर होया शेख सादी दी माँ ते बाप बचपन चढ़ाई कर गए। अज सिख कौम उहदियां गज़लां नूं स्टेज ते गाउंदी है। मेरे कहण तो भाव ये परमात्मा की कोई बख्शिश है। ते अज बाबा फूला सिंह दा बाप वो भी 1 साल की उन्हां दी आरबला, 1 सवा साल की आरबला, ते बाबा फूला सिंह 1762 दे वड्डे घल्लूघारे विच फट लगा। फट लगन दे करके अगे नहीं लड़ सकिया, उन्होंने वापस लिआंदा गया। कुछ समय दे बाद ओदी भी चढ़ाई कर गया। ओदी चढ़ाई दे दौरान
ਉਹਦੇ ਘਰ ਦੇ ਵਿੱਚ ਇੱਕ ਬੱਚਾ ਹੋਰ ਪੈਦਾ ਹੋਇਆ, ਫੂਲਾ ਸਿੰਘ ਦਾ ਛੋਟਾ ਭਰਾ। ਉਹ ਫੂਲਾ ਸਿੰਘ ਦਾ ਛੋਟਾ ਭਰਾ ਪੈਦਾ ਹੋਇਆ, ਉਹਦਾ ਨਾਮ ਰੱਖਿਆ ਗਿਆ ਸੰਤ ਸਿੰਘ। ਜਦੋਂ ਬਾਬਾ ਫੂਲਾ ਆਪਣੇ ਈਸ਼ਰ ਸਿੰਘ ਜੀ ਚੜ੍ਹਾਈ ਕਰਨ ਲੱਗੇ ਆ, ਚੜ੍ਹਾਈ ਕਰਨ ਤੋਂ ਪਹਿਲਾਂ ਇਹਨਾਂ ਨੇ ਆਪਣੇ ਦੋਸਤ ਨੂੰ ਆਵਾਜ਼ ਮਾਰੀ। ਉਹ ਦੋਸਤ ਦਾ ਨਾਮ ਹੈ ਬਾਬਾ ਨਰੈਣ ਸਿੰਘ। ਕੁਝ ਵਿਦਵਾਨਾਂ ਨੇ ਉਹਦਾ ਨਾਮ ਲਿਖਿਆ ਨੈਣਾ ਸਿੰਘ, ਜਥੇਦਾਰ ਨੈਣਾ ਸਿੰਘ, ਦੋਨੋਂ ਨਾਮ ਚੱਲਦੇ ਆ। ਨਰੈਣ ਸਿੰਘ ਨੂੰ ਆਵਾਜ਼ ਮਾਰੀ। ਇਹ ਜਿਹੜਾ ਨਰੈਣ ਸਿੰਘ ਸੀਗਾ, ਇਹ ਸ਼ਹੀਦ ਜਿਹੜੀ ਮਿਸਲ ਹੈ ਉਹਦਾ ਸੀਗਾ ਜਥੇਦਾਰ। ਇਹਨੂੰ ਆਵਾਜ਼ ਮਾਰੀ ਤੇ ਫੂਲਾ ਸਿੰਘ ਦਾ ਹੱਥ ਜਿਹੜਾ ਇਸ ਨੈਣਾ ਸਿੰਘ ਨੂੰ ਫੜਾ ਦਿੱਤਾ, ਆਪਣੇ ਦੋਸਤ ਨੂੰ ਜਾਣ ਤੋਂ ਪਹਿਲਾਂ। ਤੇ ਨੈਣਾ ਸਿੰਘ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਮੇਰੇ ਭਰਾਵਾ, ਮੈਂ ਤੇਰੇ ਅੱਗੇ ਬੇਨਤੀ ਕਰਨਾ ਚਾਹੁੰਦਾ, ਇਹ ਬੱਚਾ ਅੱਜ ਤੋਂ ਮੈਂ ਤੇਰੀ ਗੋਦੀ ਵਿੱਚ ਪਾ ਕੇ ਜਾ ਰਿਹਾ, ਇਹਦਾ ਹੱਥ ਮੈਂ ਤੈਨੂੰ ਫੜਾ ਕੇ ਜਾ ਰਿਹਾ, ਤੇ ਮੈਂ ਚਾਹੁੰਦਾ ਹਾਂ ਇਹ ਬੱਚਾ ਕੌਮ ਦਾ ਵੱਡਾ ਸੇਵਾਦਾਰ ਬਣੇ। ਹੋਤ ਹੋਨਹਾਰ ਵਿਦਵਾਨ ਕੇ ਹੋਤ ਚਿਕਨੇ ਪਾਤ। ਜਿਸ ਪਾਸੇ ਨੂੰ ਤੁਸੀਂ ਬੱਚੇ ਨੂੰ ਲਾਉਣਾ ਚਾਹੁੰਦੇ ਹੋ ਨਾ, ਉਸ ਬੱਚੇ ਦੇ ਬਚਪਨ ਦੇ ਵਿੱਚ ਉਹਦੇ ਆਸੇ-ਪਾਸੇ ਉਦਾਂ ਦਾ ਮਾਹੌਲ ਪੈਦਾ ਕਰ ਦਿਓ। ਉਸ ਬੱਚੇ ਦੇ ਆਸੇ-ਪਾਸੇ ਉਦਾਂ ਦੀ ਸੰਗਤ ਪੈਦਾ ਕਰ ਦਿਓ। ਮੈਂ ਦਾਅਵੇ ਨਾਲ ਕਹਿਣਾ, ਮੇਰਾ ਬਾਪੂ ਇੰਨਾ ਸਮਰੱਥ ਹੈ, ਬਿਨ ਮੰਗਿਆ ਦਾਨ ਦੇਵ ਦਾ, ਅਨ ਮੰਗਿਆ ਦਾਨ ਦੇਵ ਦਾ। ਜੋ ਤੁਸੀਂ ਉਹ ਕੋ ਮੰਗੋਗੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ। ਉਹਦੇ ਅੱਗੇ ਮਾਹੌਲ ਪੈਦਾ ਕਰ ਦਿਓ। ਭਾਈ ਈਸ਼ਰ ਸਿੰਘ ਨੇ ਆਪਣੇ ਦੋਸਤ ਨੈਣਾ ਸਿੰਘ ਨੂੰ ਹੱਥ ਫੜਾਇਆ, ਬਾਂਹ ਫੜਾਈ ਤੇ ਕਿਹਾ, ਇਹ ਬੱਚਾ ਅੱਜ ਤੋਂ ਤੇਰਾ, ਇਸ ਬੱਚੇ ਨੂੰ ਕੌਮ ਦਾ ਸੇਵਾਦਾਰ ਬਣਾਉਣਾ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਬਾਬਾ ਨੈਣਾ ਸਿੰਘ ਬੱਚੇ ਨੂੰ ਆਪਣੇ ਜਥੇ ਵਿੱਚ ਲੈ ਗਏ, ਆਪਣੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੱਖਣ ਲੱਗੇ ਕਿਉਂਕਿ ਬੱਚੇ ਨੂੰ ਸਿੱਖਿਆ ਦੇਣੀ ਸੀ। ਉੱਥੇ ਬੱਚੇ ਨੂੰ ਧਾਰਮਿਕ ਵਿੱਦਿਆ, ਉੱਥੇ ਫੂਲਾ ਸਿੰਘ ਨੂੰ ਸ਼ਸਤਰ ਦੀ ਵਿੱਦਿਆ, ਔਰ 10 ਸਾਲ ਦੀ ਉਮਰ ਤੱਕ ਬਾਬਾ ਫੂਲਾ ਸਿੰਘ ਇਤਨਾ ਜ਼ਿਆਦਾ ਨਿਪੁੰਨ ਹੋ ਗਿਆ ਘੋੜ ਸਵਾਰੀ ਦੇ ਵਿੱਚ, ਧਾਰਮਿਕ ਵਿੱਦਿਆ ਦੇ ਵਿੱਚ, ਸ਼ਸਤਰ ਵਿੱਦਿਆ ਦੇ ਵਿੱਚ, ਕਿ ਇੱਥੋਂ ਤੱਕ ਇਤਿਹਾਸਕਾਰ ਲਿਖਦੇ ਹੈ, ਜਿਤਨੇ ਵੀ ਉਹਨਾਂ ਦੇ ਜਥੇ ਦੇ ਸਿੰਘ ਸੀਗੇ, ਉਹਨਾਂ ਸਾਰਿਆਂ ਦੇ ਨਾਲੋਂ ਫੁਰਤੀਲਾ ਬਾਬਾ ਫੂਲਾ ਸਿੰਘ 10 ਸਾਲ ਦੀ ਉਮਰ ਦੇ ਵਿੱਚ। ਦੂਸਰੀ ਗੱਲ, ਸ਼ਸਤਰ ਵਿੱਦਿਆ, ਜੇ ਧਾਰਮਿਕ ਵਿੱਦਿਆ ਦੀ ਗੱਲ ਕਰੀਏ, 5 ਬਾਣੀਆਂ ਉਹਨੂੰ ਕੰਠ, ਸ਼ਾਮ ਦੀਆਂ ਬਾਣੀਆਂ ਉਹਨੂੰ ਕੰਠ, ਅਕਾਲ ਉਸਤਤ ਦੇ ਬਾਣੀ ਤੋਂ ਪਾਠ ਕਰਦਾ, 33 ਸਵਈਏ ਗੁਰੂ ਗੋਬਿੰਦ ਸਿੰਘ ਜੀ ਦੇ ਉਹਨੂੰ ਕੰਠ। ਇੰਨਾ ਕੁਛ ਉਹਨੂੰ ਬਾਣੀ ਦਾ ਜਿਹੜਾ ਸੀਗਾ ਅਭਿਆਸ। ਅੱਜ ਤਾਂ ਸਾਡੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਵੀ ਕਟਾਕਸ਼ ਕਰਨਾ ਸ਼ੁਰੂ ਕਰ ਦਿੱਤਾ। ਮੈਂ ਵੈਸੇ ਸਟੇਜ ਤੇ ਕਦੀ ਇਦਾਂ ਦੀ ਗੱਲ ਨਹੀਂ ਕਰਦਾ, ਪਰੰਤੂ ਬੜਾ ਮਨ ਦੁਖੀ ਹੋਇਆ ਆ ਪਿਛਲੇ ਦਿਨੀ ਆਸਟ੍ਰੇਲੀਆ ਦੀ ਧਰਤੀ ਤੇ ਕੀ ਵਾਪਰਿਆ। ਉਹਨੂੰ ਪੁੱਛ ਰਹੇ ਹੈ ਵੀ ਤੂੰ ਜਾਪ ਸਾਹਿਬ ਦੀ ਕਥਾ ਕਰ ਤੇ ਪੌੜੀਆਂ ਚੜ ਜਾ। ਮਾਫ ਕਰਨਾ ਜਿਹੜੀ ਗੱਲ ਕਹਿਣ ਲੱਗਾ, ਮੇਰੇ ਛੋਟੇ ਵੀਰ ਤੇ ਵੱਡੇ ਬੈਠੇ ਆ। ਇੱਕ ਉਹ ਇਨਸਾਨ ਜਿਹਦੇ ਮੂੰਹ ਤੇ ਦਾੜੀ ਨਹੀਂ, ਮੈਂ ਉਹਨੂੰ ਮਾੜਾ ਨਹੀਂ ਕਹਿ ਰਿਹਾ, ਮੈਂ ਪਹਿਲਾਂ ਮਾਫੀ ਮੰਗ ਲਾਂ, ਉਹ ਬੰਦਾ ਪ੍ਰਚਾਰਕ ਨੂੰ ਕਹਿ ਰਿਹਾ ਇਹ ਕੁੱਤਾ ਬੰਦਾ ਹੈ। ਕਿੱਡੀ ਉਸ ਪ੍ਰਚਾਰਕ ਦੇ ਵਾਸਤੇ ਮਰਨ ਵਾਲੀ ਗੱਲ ਹੈ। ਤੇ ਆਹ ਲਫ਼ਜ਼ ਤੇ ਉਹ ਕਹਿੰਦਾ ਕਿ ਉਹ ਜਵਾਬ ਨਹੀਂ ਕੋਈ ਦੇ ਰਿਹਾ। ਮੇਰੇ ਕਹਿਣ ਤੋਂ ਭਾਵ ਕਿ ਇਹ ਸਾਰੀਆਂ ਬਾਣੀਆਂ, ਇਹ ਸਿੱਖ ਦੀਆਂ ਬਾਣੀਆਂ ਉਹਦੀ ਹਿਰਦੇ 'ਚ ਵਸੀਆਂ ਹੋਈਆਂ। ਮਹਾਰਾਜ ਉਹਨਾਂ ਨੂੰ 5 ਬਾਣੀਆਂ ਸਵੇਰ ਦੀਆਂ, 2 ਬਾਣੀਆਂ ਸ਼ਾਮ ਦੀਆਂ, 33 ਸਵਈਏ ਔਰ ਅਕਾਲ ਉਸਤਤ ਦੀ ਬਾਣੀ। ਮੈਂ ਬੇਨਤੀ ਕਰਦਾ, ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ, ਉਦੋਂ ਕਿਹੜੀਆਂ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਜਾਂਦੀ ਹੈ? ਜਾਂ ਫਿਰ ਹੁਣ ਕਹਿ ਦੋ ਹਾਂ ਲਾ ਤਾ ਗਾਤਰਾ, ਅਸੀਂ 2 ਬਾਣੀਆਂ ਦਾ ਅੰਮ੍ਰਿਤ ਛਕਣਾ, ਅਸੀਂ ਨਹੀਂ 5 ਛਕਣਾ, ਕਿਉਂਕਿ ਉਹ 'ਚ 3 ਬਾਣੀਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ, ਜਾਪ ਸਾਹਿਬ, ਸਵਈਏ ਤੇ ਚੌਪਈ ਸਾਹਿਬ। ਦੇਖੋ ਅਸੀਂ ਕਿੱਧਰਲੇ ਪਾਸੇ ਨੂੰ ਅਸੀਂ ਤੁਰ ਪਏ ਹੋਏ ਹਾਂ। ਇਸੇ ਲਈ ਮਹਾਰਾਜ ਕਹਿੰਦੇ ਆ, ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ। ਆਜੋ ਕਹਿੰਦੇ ਇਕੱਠੇ ਹੋਈਏ, ਬਹਿ ਜਾਈਏ, ਆਪਾਂ ਆਪਣੇ ਅੰਦਰ ਦੇ ਜਿਹੜੀਆਂ ਗੱਲਾਂ ਉਹ ਆਪਾਂ ਦੂਰ ਕਰ ਲਈਏ। ਖੈਰ ਉਹਨਾਂ ਨੂੰ ਬਾਣੀ ਯਾਦ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਮਾਂ ਨੂੰ ਜਦੋਂ ਪਤਾ ਲੱਗਾ ਨਾ ਕਿ ਮੇਰਾ ਪੁੱਤਰ ਧਾਰਮਿਕ ਵਿੱਦਿਆ ਦੇ ਵਿੱਚ ਨਿਪੁੰਨ, ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨ, ਮਾਂ ਜਿਹੜੀ ਆ ਨਾ ਉਹ ਧਰਤੀ ਤੋਂ 1-1 ਫੁੱਟ ਉੱਚਾ ਹੋ ਕੇ ਤੁਰਦੀ ਹੈ। ਮਾਂ ਦਾ ਅੰਦਰ ਹੈ। ਕਿਉਂ ਮਾਂ ਦਾ ਅੰਦਰ ਹੈ? ਮਾਂ ਨੇ ਰੰਡੇਪਾ ਕੱਟਿਆ,
रंडेपा कट के माँ ने अपने बच्चे नूं सीने नाल ला के जो उहदा साईं कहंदा सीगा उस साईं दे जिहड़ी मन की इच्छा सीगी वो माँ पूरी कर रही है और माँ अरदास कर रही है। मैं इत्थे मेरियां धीआं बैठियां, मेरियां भैणां भी बैठियां। माँ दा रोल बच्चे दी जिंदगी दे विच बहुत ज़्यादा जरूरी है। मैं दावे ना कहना, गुरु ग्रंथ साहिब जी महाराज विच इतना सत्कार बाप नूं नहीं दिता गया जितना मां नूं दिता गया। इतना सत्कार बाप नूं नहीं दिता गया। बाप नूं बाप वास्ते बहुत घट शब्द आउंदे है, लेकिन मां वास्ते तां गुरु ग्रंथ साहिब जी महाराज विच इतने ज़्यादा, क्योंकि गुरु नानक देव जी नूं पता है कि जेकर बच्चे नूं सही रस्ते ते लिया सकदी है ते ओदी मां लिया सकदी है। बाप ने बाहर कमाई करनी है, काम करना, होर उन्हें धंधे करने, ते मैं बेनती करदा हुन्ना प्यो ते उठदा सारी टेंशन च पैदा हो जांदा। रात नूं सौंने आ ना, सवेरे उठदे सार तुसीं कई देखियो सोचियो तुहाडे दिमाग विच वाहिगुरू बाद च आवेगा, पहला प्लैनिंग आऊगी सारा दिन की करना। इदां हुंदी या नहीं हुंदी? सवेर तो लैके शाम तक बैड पैण तक प्लैनिंगां हुंदियां साडियां भी। चलो मैं ये नहीं कहता कि मेरियां धीआं नहीं करदियां, इन्हां दा भी पूरा योगदान है, लेकिन इन्हां दा बच्चे की परवरिश के वास्ते बहुत बहुत ज़्यादा योगदान। तो इत्थे मैं एक गल कहनी भुल गया, जदों बाबा ईशर सिंह जी की शादी हुई ना तो उन्होंने परमात्मा के कोलों एक शब्द पढ़ के अरदास की, गोपाल तेरा आरता जो जन तुमरी भगत करन ते तिनके काज सवारता, दाल सीधा मांगू घियो हमरा खुशी करे नित जियो, पनिया शादन नीका। ते महाराज कहते हैं गौ भैंस मांगू लावेरी, एक ताजन तुरी चंगेरी। अगे की मंगते हैं? ये चीज़ां सारियां सी बाहरलियां, हुण अगे मंगते हैं घर की गीहन चंगी। कहते रब्बा मैनू घर वाली चंगी दवी, घर की गीहन चंगी जन धन्ना लेवे मंगी। इसलिए महाराज कहते घर वाले दा ते घर वाली दा जिहड़ा रिश्ता किदां दा होना चाहिए। धन फिर ए ना आखियन बहन इकट्ठे होए, एक जोत दोई मूर्ति। एक जोत, मूर्तां दो है, दो मूर्तां एक नहीं हो सकदियां, लेकिन उन्हां दे अंदर दी जोत जिहड़ी है एक हो सकती है, विचारधारा एक हो सकती है। गुरु अमरदास जी कहते घर वाला ते घर वाली किदां दे होने चाहिए। धन पीर ए ना आखियन बहन इकट्ठे होए, घर वाला ते घर वाली ये नहीं है एक डाइनिंग टेबल ते बह के रोटी खा ली ते घर वाले घर बनना, जां एक गड्डी 'च बैठ के एक बैठा इस पासे एक उस पासे सफ़र कर लिया, लोक दिखावा कर लिया, कट्ठे आए हैं। नहीं, धन पीर ए ना आखियन बहन इकट्ठे होए, एक जोत दोई मूर्ति। धन पीर कहिए सोए, धन पीर कहिए सोए, वो है घर वाला ते घर वाली। अज माँ ने अपना रंडेपा कट्टिया, रंडेपा कट्टण दे नाल उस माँ ने अपने बच्चे की नाल नाल परवरिश कर रही है, उहदे वास्ते अरदास कर रही है। अरदास की कर रही है? तो मेरियां धीआं भी अरदास करिया करन, हे गुरु गोबिंद सिंह जी महाराज, ये जिहड़ी दात तू अपनियां बख्शियां हुई दातां चों साडी झोली विच पाई है ना, ये दात तेरी ही है। सिर्फ असी ये नौकर हाँ, इस दात की जिहड़ी परवरिश हैगी है वो तू ही करनी है। इस दात नूं सिरे तक पहुँचाउण वाला सिर्फ ते सिर्फ तू है। साडी की औकात है असी इस दात नूं सीधे रस्ते ते पा दईए। ये अरदास अमृत वेले उठ के बिना कुछ खादियां बिना कुछ पीतियां मैं बेनती करदा, दोनों घर वाले ते घर वाली नूं बह के सांझी अरदास ये करिया करो। माँ भी अरदास कर रही है, हे कलगियां वाले महाराज, ये तेरी ही दात है, ये तो सेवा तू ही लैनी है। ते अज माई दा चलदियां चलदियां पौड़ियां तो डिग गई। 11 को साल की उम्र हुई है फूला सिंह जी की। माँ की पौड़ियां तो डिग गई है, मंजे ते पै गई है, उहदा आखिरी समा आ गया। आखिरी समा आया तो पुत्र नूं सुनेहा भेजिया गया, पुत्र आनंदपुर की धरती तो आया तो माँ ने बांह फड़ी है। माँ बांह फड़ के ना उन्होंने अपने सीने नाल ला के मंजे ते बैठी है, कहती पुत वे मैं तेनू एक गल दसना चाहुंदी हाँ। पुत्र कहता फूला सिंह कहता माँ दस, जदों माँ की आवाज़ दे विच वैराग सीगा,
ਤੇ ਫੂਲਾ ਸਿੰਘ ਦਾ ਹਿਰਦਾ ਪਤੀਜ ਗਿਆ, ਉਹਦੀਆਂ ਅੱਖਾਂ ਬੈਰਾਗੀਆਂ ਗਈਆਂ, ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਆ ਗਿਆ। ਰੋ ਕੇ ਕਹਿੰਦਾ, ਮਾਂ ਦੱਸ ਤੂੰ ਕੀ ਕਹਿਣਾ ਚਾਹੁੰਦੀ ਹੈ? ਮੈਂ ਕਿੱਥੇ ਕੋਈ ਗਲਤੀ ਕੀਤੀ ਹੈ? ਮੈਨੂੰ ਦੱਸ ਮਾਂ, ਮੈਂ ਤੇਰੇ ਕੋਲ ਆਇਆ। ਕਹਿੰਦੀ, ਪੁੱਤ ਤੂੰ ਗਲਤੀ ਕੋਈ ਨਹੀਂ ਕੀਤੀ ਪੁੱਤ ਵੇ, ਮੈਂ ਤੈਨੂੰ ਦੱਸਣਾ ਚਾਹੁੰਦੀ ਆ, ਮੈਂ ਉਸ ਦੇਸ਼ ਜਾ ਰਹੀ ਹਾਂ ਜਿੱਥੋਂ ਕੋਈ ਵਾਪਸ ਮੁੜ ਕੇ ਨਹੀਂ ਆਇਆ। ਮੈਂ ਉਸ ਦੇਸ਼ ਜਾ ਰਹੀ ਹਾਂ ਜਿੱਥੋਂ ਕੋਈ ਵਾਪਸ ਮੁੜ ਕੇ ਨਹੀਂ ਆਇਆ, ਤੇ ਜਿੱਥੇ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਹੈ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਨ, ਇਹ ਮੁਕਲਾਵੇ, ਇਹ ਪੇਕਾ ਘਰ ਹੈ ਸਾਡਾ, ਅਸੀਂ ਇੱਥੇ ਹੈ, ਲੇਕਿਨ ਸਾਰਿਆਂ ਨੇ ਸਹੁਰਿਆਂ ਦੇ ਵਿੱਚ, ਸਹੁਰੇ ਜਿਹੜੇ ਆ ਉਹ ਸਹੁਰੇ ਘਰ ਸਾਰਿਆਂ ਨੇ ਜਾਣਾ। ਸਭਨਾ ਸਹੁਰੇ ਵੰਜਨਾ ਸਭ ਮੁਕਲਾਵਨ ਹਾਰ, ਸਾਰਿਆਂ ਦੇ ਮੁਕਲਾਵੇ ਇੱਥੋਂ ਜਾਣੇ ਆ, ਕਿਸੇ ਦੇ ਮੁਕਲਾਵੇ ਪਹਿਲਾਂ ਜਾਣੇ ਆ, ਕਿਸੇ ਦੇ ਬਾਅਦ ਜਾਣੇ ਆ। ਮਾਂ ਨੇ ਸੀਨੇ ਨਾਲ ਲਾਇਆ, ਪੁੱਤ ਵੇ ਅੱਜ ਮੈਂ ਉਸ ਦੇਸ਼ ਜਾ ਰਹੀ ਹਾਂ ਜਿਸ ਦੇਸ਼ ਦੇ ਵਿੱਚੋਂ ਕਦੀ ਕੋਈ ਵਾਪਸ ਨਹੀਂ ਆਇਆ, ਤੇ ਸਾਰਿਆਂ ਨੇ ਉੱਥੇ ਜਾਣਾ। ਪੁੱਤ ਮੈਂ ਤੈਨੂੰ ਕੁਝ ਗੱਲਾਂ ਤੇਰੇ ਨਾਲ ਕਰਨਾ ਚਾਹੁੰਦੀ ਹਾਂ। ਫੂਲਾ ਸਿੰਘ ਰੋ ਰਿਹਾ ਵੈ, ਉਹਦੀਆਂ ਅੱਖਾਂ 'ਚੋਂ ਅਥਰੂ ਹੈ, ਤੇ ਮਾਂ ਨੇ ਕਿਹਾ, ਪੁੱਤ ਮੋਹ ਦੇ ਦਰਿਆ ਦੇ ਵਿੱਚ ਨਹੀਂ ਵਹੀਦਾ, ਆਪਣੀਆਂ ਅੱਖਾਂ ਨੂੰ ਸਾਫ਼ ਕਰ। ਮੋਹ ਦੇ ਦਰਿਆ ਦੇ ਵਿੱਚ ਉਹ ਵਹਿੰਦੇ ਹਨ ਜਿਹੜੇ ਅੰਦਰੋਂ ਕਮਜ਼ੋਰ ਹੁੰਦੇ ਹਨ। ਮੋਹ ਦੇ ਦਰਿਆ ਦੇ ਵਿੱਚ ਉਹ ਵਹਿੰਦੇ ਹਨ ਜਿਹੜੇ ਅੰਦਰੋਂ ਕਮਜ਼ੋਰ ਹੁੰਦੇ ਹਨ। ਪੁੱਤਰ ਆਪਣੀਆਂ ਅੱਖਾਂ ਸਾਫ਼ ਕਰ, ਜਿਹੜੀਆਂ ਮੈਂ ਤੈਨੂੰ ਗੱਲਾਂ ਕਹਿਣ ਲੱਗੀਆਂ ਮੈਂ ਤਾਂ ਨਹੀਂ ਹੋਣਾ, ਇਹ ਜਿਹੜੀਆਂ ਸਿੱਖਿਆਵਾਂ ਤੈਨੂੰ ਦੇਣ ਲੱਗੀਆਂ, ਇਹਨਾਂ ਸਿੱਖਿਆਵਾਂ ਨੇ ਤੇਰੇ ਆਖਰੀ ਸਵਾਸ ਤੱਕ ਤੇਰੇ ਵਧੀਆ ਸਾਥੀ ਹੋਣ ਦਾ ਇਹਨਾਂ ਨੇ ਫਰਜ਼ ਨਿਭਾਉਣਾ। ਪਹਿਲੀ ਗੱਲ ਮਾਂ ਨੇ ਕੀ ਕਹੀ? ਕਹਿੰਦੇ, ਮੇਰਾ ਦਿਲ ਕਰਦਾ ਸੀ ਮੈਂ ਤੈਨੂੰ ਦੇਖਾਂ, ਕੌਮ ਦਾ ਵੱਡਾ ਸੇਵਕ ਬਣੇ, ਪਰੰਤੂ ਸਮੇਂ ਨੂੰ ਕਹਿੰਦੇ ਮਨਜ਼ੂਰ ਨਹੀਂ ਹੈ। ਮੈਂ ਜਾ ਰਹੀ ਹਾਂ ਤੇ ਮੈਂ ਚਾਹੁੰਦੀ ਹਾਂ ਤੂੰ ਸਮੇਂ ਦਾ ਬਹੁਤ ਵੱਡਾ, ਸਮੇਂ ਦੇ ਨਾਲ ਕੌਮ ਦਾ, ਪੰਥ ਦਾ, ਧਰਮ ਦਾ ਇੱਕ ਵੱਡਾ ਸੇਵਾਦਾਰ ਬਣੇ। ਤੇ ਪੁੱਤਰ ਇੱਕ ਗੱਲ ਦਾ ਖਿਆਲ ਕਰੀ, ਇਹ ਜਥੇਦਾਰ, ਸੇਵਾਦਾਰ ਤੂੰ ਤਾਂ ਬਣ ਸਕਦਾ ਹੈ ਜੇ ਤੇਰਾ ਖਿਣ ਖਿਣ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਤੂੰ ਜੁੜਿਆ ਹੋਇਆ ਹੈ। ਜੇ ਉਹਦੇ ਤੋਂ ਵਿਸਰਿਆ, ਤੇ ਅਸੀਂ ਪੜ੍ਹਦੇ ਨਾ, ਹਰ ਬਿਸਰਤ ਸਦਾ ਖੁਆਰੀ, ਤਾਕੂ ਧੋਖਾ ਕਹਾਂ ਵਿਆਪੇ ਜਾਕੋ ਓਟ ਤੁਹਾਰੀ। ਅਸੀਂ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਊਂ। ਜੇ ਪੁੱਤਰ ਉਹਦੇ ਨਾਲ ਟੁੱਟ ਗਿਆ ਤੇ ਤੂੰ ਮੋਹ ਦੀਆਂ ਤੰਦਾਂ ਦੇ ਵਿੱਚ ਹੀ ਰਹਿ ਜਾਵੇਂਗਾ, ਤੂੰ ਅੱਗੇ ਨਹੀਂ ਪਹੁੰਚੇਗਾ। ਫਿਰ ਮਾਂ ਕੀ ਕਹਿੰਦੀ ਹੈ? ਇਹ ਸੰਸਾਰ ਇੱਕ ਕੱਜਲ ਦੀ ਕੋਠਰੀ ਹੈ। ਕੱਜਲ ਸਮਝਦੇ ਹੋ ਨਾ, ਸੁਰਮਾ, ਕਾਲਾ ਰੰਗ। ਤੇ ਪੁੱਤਰ ਇਸ ਕੱਜਲ ਦੀ ਕੋਠਰੀ ਦੇ ਵਿੱਚ ਸਾਰਿਆਂ ਦੇ ਉੱਪਰ ਕੋਈ ਨਾ ਕੋਈ ਦਾਗ ਲੱਗਾ ਹੈ। ਹਾਂ, ਜੇ ਕੋਈ ਦਾਗ ਤੋਂ ਬਚਿਆ ਹੈ, ਉਹ ਦਾਗ ਤੋਂ ਬਚਿਆ ਹੈ ਜੇ ਤੇ ਪਰਮਾਤਮਾ ਦੀ ਬਖਸ਼ਿਸ਼ ਹੈ। ਇਸ ਲਈ ਪੁੱਤਰ ਕੌਮ ਦੀ ਸੇਵਾ ਕਰਨੀ, ਕੌਮ ਦਾ ਸੇਵਾਦਾਰ ਬਣਨਾ ਤੇ ਤਾਂ ਬਣ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੀਨੇ ਵਿੱਚ ਵਸਾ। ਇਹ ਗੱਲਾਂ ਕਹਿੰਦੀ ਹੋਈ ਮਾਂ ਆਪਣੇ ਆਖਰੀ ਸਵਾਸ ਜਿਹੜੇ ਹੈ, ਮਾਂ ਨੇ ਆਪਣੇ ਆਖਰੀ ਸਵਾਸ ਲਏ ਤੇ ਮਾਂ ਯਾਨੀ ਕਿ ਚੜ੍ਹਾਈ ਕਰ ਗਈ। ਇਹਦੇ ਤੋਂ ਬਾਅਦ ਫਿਰ ਫੂਲਾ ਸਿੰਘ ਦੀ ਪੜ੍ਹਾਈ 1761 ਤੋਂ ਤਕਰੀਬਨ 1772-73 ਦੇ ਵਿੱਚ ਮਾਂ ਵੀ ਜਿਹੜੀ ਸੀਗੀ ਚੜ੍ਹਾਈ ਕਰ ਗਈ। ਭਾਈ ਨੈਣਾ ਸਿੰਘ ਦੇ ਕੋਲ, ਭਾਈ ਨੈਣਾ ਸਿੰਘ ਦੇ ਕੋਲ ਰਹੇ ਹੈ। ਭਾਈ ਨੈਣਾ ਸਿੰਘ ਦੀ ਮੌਤ ਹੋਈ, ਉਹ ਚੜ੍ਹਾਈ ਕੀਤੇ ਹੈ। ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਸ਼ਹੀਦ ਮਿਸਲ ਦੇ ਜਥੇਦਾਰ ਬਾਬਾ ਫੂਲਾ ਸਿੰਘ ਜੀ ਬਣੇ। ਇਹ ਬਾਬਾ ਫੂਲਾ ਸਿੰਘ ਜੀ ਉਹੀ ਹਨ ਜਿਹੜੇ ਬੁੱਢਾ ਦਲ ਦੇ 6ਵੇਂ ਜਥੇਦਾਰ ਹਨ। 6ਵੇਂ ਜਥੇਦਾਰ। ਪਹਿਲਾ ਜਥੇਦਾਰ ਕੌਣ ਸੀਗਾ ਜੀ? ਗਿਣਤੀ ਨੋਟ ਕਰ ਲਿਓ। ਪਹਿਲਾ ਸੀ ਬਾਬਾ ਵਿਨੋਦ ਸਿੰਘ। ਇਹ ਬਾਬਾ ਵਿਨੋਦ ਸਿੰਘ ਕੌਣ ਹੈ? ਇਹ ਬਾਬਾ ਵਿਨੋਦ ਸਿੰਘ ਗੁਰੂ ਅੰਗਦ ਦੇਵ ਜੀ ਦੀ 7ਵੀਂ ਅੰਸ਼ ਬੰਸ ਵਿੱਚੋਂ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਤੋਰਿਆ ਸੀ। ਬਾਬਾ ਵਿਨੋਦ ਸਿੰਘ ਆ ਗਿਆ ਯਾਦ, ਜਿਨ੍ਹਾਂ ਨੂੰ ਉਹਨਾਂ ਨੇ 5 ਨਿਸ਼ਾਨ ਦਿੱਤੇ ਸੀਗੇ। ਇਹ ਬਾਬਾ ਵਿਨੋਦ ਸਿੰਘ ਜੀ ਉਹ ਹੈ। ਬਾਬਾ ਵਿਨੋਦ ਸਿੰਘ ਤੋਂ ਬਾਅਦ ਬਣੇ ਆ ਦਰਬਾਰਾ ਸਿੰਘ। ਦਰਬਾਰਾ ਸਿੰਘ ਤੋਂ ਬਾਅਦ ਬਣੇ ਹੈ
ਆਲੂਵਾਲੀਆ, ਮਾਫ ਕਰਨਾ, ਰਾਮਗੜੀਆ ਤੋਂ ਬਾਅਦ ਬਣੇ ਆ ਨੈਣਾ ਸਿੰਘ ਤੋਂ ਬਾਅਦ ਬਣੇ ਆ ਫੂਲਾ ਸਿੰਘ। ਇਹ ਫੂਲਾ ਸਿੰਘ 6ਵੇਂ ਜਿਹੜੇ ਆ ਬੁੱਢਾ ਦਲ ਦੇ 6ਵੇਂ ਜਥੇਦਾਰ ਹਨ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹ ਜਥੇਦਾਰ ਬਣੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ 1800 ਦੇ ਵਿੱਚ। ਇਹ ਪੰਜਾਬ ਦੀ ਧਰਤੀ ਅੰਮ੍ਰਿਤਸਰ ਆ ਗਏ ਆ ਜੀ। ਅੰਮ੍ਰਿਤਸਰ ਆ ਕੇ ਦਰਬਾਰ ਸਾਹਿਬ ਦੇ ਆਸੇ ਗੁਰਦੁਆਰਿਆਂ ਦੇ ਵਿੱਚ ਮਨ ਮਤ ਦੀਆਂ ਗੱਲਾਂ ਹੁੰਦੀਆਂ ਸੀ, ਕੁਰੀਤੀਆਂ ਸੀਗੀਆਂ। ਇਹਨਾਂ ਨੇ ਮਰਿਆਦਾ ਸਾਰੀ ਸੰਭਾਲੀ, ਮਰਿਆਦਾ ਸੰਭਾਲ ਕੇ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਕੋਲ ਲਿਆ। ਜਿਹੜੀ ਗੱਲ ਹੁਣ ਇਹਨਾਂ ਦੇ ਜੀਵਨ 'ਚ ਹੋਣ ਲੱਗੀ, 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਨੂੰ ਲੈ ਕੇ ਸ਼ੇਰੇ ਪੰਜਾਬ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਗੁਰੂ ਰਾਮਦਾਸ ਦੇ ਦਰਬਾਰ ਤੇ ਆਇਆ, ਅੰਮ੍ਰਿਤਸਰ ਦੇ ਅਸਥਾਨ ਦੇ ਉੱਪਰ ਕਬਜ਼ਾ ਕਰਨ ਵਾਸਤੇ, ਕਿਉਂਕਿ ਉੱਥੇ ਕਬਜ਼ਾ ਸੀਗਾ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਕਬਜ਼ਾ ਸੀਗਾ ਭੰਗੀ ਮਿਸਲ ਦਾ। ਜਦੋਂ ਇਹ ਜਥੇਦਾਰ ਸਾਹਿਬ ਨੂੰ ਪਤਾ ਲੱਗਾ ਨਾ, ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਨਾ ਵੀ ਸ਼ੇਰੇ ਪੰਜਾਬ ਆਇਆ, ਤੇ ਆ ਕੇ ਉਹਨੇ ਇੱਥੇ ਭੰਗੀ ਮਿਸਲ, ਹੁਣ ਜਿਹੜੀ ਭੰਗੀ ਮਿਸਲ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਲ ਸੀਗੀ, ਉਹ ਵੀ ਤਾਕਤਵਰ ਸੀ। ਤੇ ਉੱਥੋਂ ਫਿਰ ਅਕਾਲੀ ਫੂਲਾ ਸਿੰਘ ਨੇ ਕੀ ਕੀਤਾ, ਜਦੋਂ ਇਹ ਦੋਨੋਂ ਮਿਸਲਾਂ ਆਮੋ ਸਾਹਮਣੇ ਖੜੀਆਂ ਹੋਈਆਂ, ਨਗਾਰੇ ਦੀ ਚੋਟ ਵੱਜੀ, ਲੜਨ ਲੱਗੀਆਂ, ਤੇ ਅਕਾਲੀ ਫੂਲਾ ਸਿੰਘ ਇਹਨਾਂ ਦੋਨਾਂ ਦੇ ਵਿਚਕਾਰ ਆ ਕੇ ਖੜਾ ਹੋ ਗਿਆ। ਦੋਨਾਂ ਨੂੰ ਕਿਹਾ ਰੁਕ ਜਾਓ, ਜਥੇਦਾਰ ਸੀ ਨਾ ਕੌਮ ਦਾ। ਹੁਣ ਦੇਖਿਓ ਜਥੇਦਾਰ ਕਿੱਦਾਂ ਦੇ ਹੋਣੇ ਚਾਹੀਦੇ ਆ। ਇਹ ਅਕਾਲੀ ਫੂਲਾ ਸਿੰਘ ਦੋਨਾਂ ਦੇ ਵਿਚਕਾਰ ਆ ਗਿਆ, ਤੇ ਇਹਨੇ ਸ਼ੇਰੇ ਪੰਜਾਬ ਨੂੰ ਪਤਾ ਕੀ ਕਿਹਾ, ਉਹ ਕਾਣਿਆ ਰੁਕ ਜਾ ਇੱਥੇ। ਇਹ ਜਦੋਂ ਵੀ ਕਿਤੇ ਗੁੱਸੇ ਵਿੱਚ ਆਉਂਦੇ ਸੀ ਨਾ, ਤੇ ਸ਼ੇਰੇ ਪੰਜਾਬ ਨੂੰ ਕਾਣਾ ਹੀ ਕਹਿੰਦੇ ਸੀਗੇ, ਕਾਣਿਆ ਰੁਕ ਜਾ ਇੱਥੇ ਕਹਿੰਦੇ। ਉਧਰ ਭੰਗੀ ਮਿਸਲ ਦੇ ਸਰਦਾਰ ਨੂੰ ਕਿਹਾ ਤੂੰ ਵੀ ਰੁਕ ਜਾ। ਫਿਰ ਸ਼ੇਰੇ ਪੰਜਾਬ ਇਹਨਾਂ ਦੇ ਕੋਲ ਘੋੜੇ ਤੋਂ ਉਤਰ ਕੇ ਇਹਨਾਂ ਦੇ ਕੋਲ ਆ ਗਿਆ। ਜਥੇਦਾਰ ਸੀ, ਸਨਮਾਨ ਕਰਦਾ ਸੀ। ਉਦੋਂ ਭੰਗੀ ਮਿਸਲ ਦਾ ਆ ਗਿਆ, ਦੋਨਾਂ ਨੂੰ ਆਪਸ ਦੇ ਵਿੱਚ ਮਿਲਾਇਆ, ਤੇ ਭੰਗੀ ਮਿਸਲ ਨੂੰ ਕਿਹਾ ਤੁਸੀਂ ਅੰਮ੍ਰਿਤਸਰ ਛੱਡ ਦਿਓ, ਤੁਸੀਂ ਇਸ ਸ਼ੇਰੇ ਪੰਜਾਬ ਦੀ ਮਿਸਲ ਦੇ ਨਾਲ ਇਕੱਠੇ ਹੋ ਜਾਓ, ਕਿਉਂਕਿ ਇਹ ਹਿੰਦੁਸਤਾਨ ਦਾ, ਇਹ ਭਾਰਤ ਦਾ, ਪੰਜਾਬ ਦਾ ਰਾਜਾ ਹੈ। ਆਪਾਂ ਇਹਦੀ ਜਿਹੜੀ ਆ ਉਹ ਇਹਦੀ ਰਾਖੀ ਕਰਨੀ ਹੈ, ਇਹਦੀ ਆਪਾਂ ਮਦਦ ਕਰਨੀ ਹੈ। ਤੇ ਸਾਧ ਸੰਗਤ ਜੀ, ਕਿਸੇ ਵੀ ਜਥੇਦਾਰ ਨੇ ਇੱਕ ਸਕਿੰਟ ਵਾਸਤੇ ਵੀ ਅਕਾਲੀ ਫੂਲਾ ਸਿੰਘ ਦੀ ਗੱਲ ਦਾ ਗੁੱਸਾ ਨਹੀਂ ਕੀਤਾ, ਵਿਰੋਧ ਨਹੀਂ ਕੀਤਾ। ਦੋਨੋਂ ਇਕੱਠੇ ਹੋ ਗਏ, ਕਿਉਂਕਿ ਅਕਾਲੀ ਫੂਲਾ ਸਿੰਘ ਇਹ ਨਹੀਂ ਸੀ ਚਾਹੁੰਦੇ ਕਿ ਗੁਰੂ ਰਾਮਦਾਸ ਦੇ ਸਥਾਨ ਤੇ ਇਹਨਾਂ ਦੋਨਾਂ ਦਾ ਜੰਗ ਹੋਵੇ, ਤੇ ਜੰਗ ਦੇ ਵਿੱਚ ਦੋਨਾਂ ਦਾ, ਸਿੱਖਾਂ ਦਾ, ਦੋਨੋਂ ਪਾਸਿਓਂ ਸਿੱਖਾਂ ਦਾ, ਖਾਲਸੇ ਦਾ ਜਿਹੜਾ ਖੂਨ ਡੁੱਲੇ, ਉਹ ਇਹ ਨਹੀਂ ਸੀ ਚਾਹੁੰਦੇ। ਇਸ ਕਰਕੇ ਇਹਨਾਂ ਨੇ ਦੋਨਾਂ ਨੂੰ ਇਕੱਠਿਆਂ ਕੀਤਾ। ਅੱਗੇ ਚਲੀਏ, ਇਹ 1801 ਦੀ ਘਟਨਾ, ਦੋਨਾਂ ਨੂੰ ਇਕੱਠਿਆਂ ਕੀਤਾ। ਹੁਣ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਦਾ ਇਲਾਕਾ ਜਿੱਤਣਾ ਸੀਗਾ, ਕਸੂਰ ਤੇ ਚੜ੍ਹਾਈ ਕਰਨੀ ਸੀਗੀ। ਜਦੋਂ ਕਸੂਰ ਤੇ ਚੜ੍ਹਾਈ ਕਰਨੀ ਸੀ ਨਾ, ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਇੱਕ ਅਜ਼ੀਜ਼ ਭੇਜਿਆ, ਆਪਣਾ ਇੱਕ ਦੂਤ ਭੇਜਿਆ। ਉਹਦਾ ਨਾਮ ਇਤਿਹਾਸ ਵਿੱਚ ਆ ਰਿਹਾ ਅਜ਼ੀਜ਼ੁਦੀਨ, ਮੁਸਲਮਾਨ ਸੀਗਾ। ਅਜ਼ੀਜ਼ੁਦੀਨ ਨੂੰ ਭੇਜਿਆ, ਜਾਂ ਕੁਤਬਦੀਨ ਨੂੰ ਜਾ ਕੇ ਕਹਿ ਦੇ ਵੀ ਅਸੀਂ ਤੇਰੇ ਨਾਲ ਜੰਗ ਨਹੀਂ ਕਰਨਾ ਚਾਹੁੰਦੇ, ਜੇ ਤੂੰ ਸਿੱਖਾਂ ਤੇ ਅਤਿਆਚਾਰ ਇਦਾਂ ਹੀ ਕਰਨਾ, ਕਸੂਰ ਦੇ ਇਲਾਕੇ ਦੇ ਵਿੱਚ ਜੇ ਅਤਿਆਚਾਰ ਇਦਾਂ ਹੀ ਕਰਨਾ, ਤੇ ਫਿਰ ਅਸੀਂ ਤੇਰੇ ਤੇ ਹਮਲਾ ਕਰਾਂਗੇ, ਤੇਰੇ ਤੇ ਅਸੀਂ ਅਟੈਕ ਕਰਾਂਗੇ, ਫੌਜ ਲੈ ਕੇ ਆਵਾਂਗੇ। ਅਜ਼ੀਜ਼ੁਦੀਨ ਨੇ ਜਾ ਕੇ ਕੁਤਬਦੀਨ ਨੂੰ ਕਿਹਾ, ਕਹਿੰਦਾ ਉਹ ਕੁਤਬਦੀਨ, ਇਹ ਕੌਮ ਉਹ ਹੈ ਜਦੋਂ ਇਹਨਾਂ ਕੋਲ ਰਾਜ ਨਹੀਂ ਸੀ, ਤੇਰੇ ਕਸੂਰ ਦਾ ਉਦੋਂ ਹਾਕਮ ਸੀ ਉਸਮਾਨ ਖਾਨ। ਤੇ ਉਸਮਾਨ ਖਾਨ ਇੱਕ ਹਿੰਦੂ ਬੱਚੀ ਨੂੰ ਚੱਕ ਕੇ ਲੈ ਕੇ ਆਇਆ ਸੀਗਾ, ਤੇ ਇਹ ਉਹ ਸਿਰ ਫਿਰੇ ਹੈ। ਇਹ ਇਹਨਾਂ ਨੇ ਪ੍ਰਸ਼ਾਦਾ ਛਕਣ ਲੱਗੇ ਸੀ ਦਰਬਾਰ ਸਾਹਿਬ ਦੀ ਧਰਤੀ ਤੇ ਜਦੋਂ ਇੱਕ ਹਿੰਦੂ ਨੇ ਆ ਕੇ ਗੁਹਾਰ ਲਾਈ ਕਿ ਮੇਰੀ ਧੀ ਨੂੰ ਚੱਕ ਕੇ ਲੈ ਗਏ, ਉਦੋਂ ਮੈਂ ਵਿਆਹਿਆ ਹੈ, ਉਹਦਾ ਡੋਲਾ ਚੱਕ ਕੇ ਲੈ ਗਏ। ਇਹ ਸਿਰ ਫਿਰੇ ਕੌਮ ਹੈ। ਇਹਨਾਂ ਨੇ ਉਸ ਹਿੰਦੂ ਦੀ ਧੀ ਨੂੰ ਇਹਨਾਂ ਨੇ ਬਚਾਇਆ, ਤੇ ਲੰਗਰ ਦਾ ਪ੍ਰਸ਼ਾਦਾ ਛੱਡ ਕੇ ਆ ਕੇ ਨਾਸ਼ਤਾ ਇੱਥੇ ਕੀਤਾ ਸੀ। ਇਹਨਾਂ ਨੇ ਕਸੂਰ ਨੂੰ ਜਿੱਤ ਕੇ ਇਹਦੇ ਨਾਲ ਪੰਗਾ ਨਾ ਲੈ, ਇਹਨਾਂ ਦੇ ਨਾਲ ਤੂੰ ਪੰਗਾ ਨਾ ਲੈ। ਹੁਣ ਕੁਤਬਦੀਨ ਹੰਕਾਰ ਦੇ ਵਿੱਚ ਮੱਤਿਆ, ਤੇ ਮੰਨਦਾ ਜਦੋਂ ਬੰਦਾ ਹੰਕਾਰ ਦੇ ਵਿੱਚ ਹੋਵੇ ਫਿਰ ਉਹ ਕਿਸੇ ਨੂੰ ਮੰਨਦਾ। ਕੁਤਬਦੀਨ ਜਿਹੜਾ ਸੀਗਾ ਉਹ ਨਹੀਂ ਮੰਨਿਆ, ਕਹਿੰਦਾ ਨਹੀਂ ਆਉਣ ਦੇ। ਉੱਥੇ ਫਿਰ ਬਾਬਾ ਅਕਾਲੀ ਫੂਲਾ ਸਿੰਘ ਤੇ ਨਾਲ ਸ਼ੇਰੇ ਪੰਜਾਬ, ਇਹਨਾਂ ਦੋਨਾਂ ਨੇ ਰਲ ਕੇ ਕਸੂਰ ਤੇ ਹਮਲਾ ਕੀਤਾ। ਜਦੋਂ ਕਸੂਰ ਤੇ ਹਮਲਾ ਕੀਤਾ ਨਾ, ਹੁਣ ਮੈਂ ਇੱਥੇ ਬੇਨਤੀ ਕਰਾਂ,
कसूर एक ऐसा इलाका है, एक ऐसी जगह है जिहदा मुख जिहड़ा किला है उहदे आसे पासे 12 किले बने हुए हैं। उन्हां 12 किलियां नूं जित के फिर अंदर पहुंचना हुंदा सीगा ते उन्होंने इन्ना जितना सौखा नहीं सीगा कसूर नूं। लेकिन सिंघां ने की कीता, जदों जाके हमले कीते, जदों देखिया साडी नहीं चल रही, फिर इन्हां ने कसूर दी जिहड़ियां दीवारां सी ना, उन्हां दीवारां दियां नीआं दे विच बरूद सुੱਟਦਾ ते बरूद नूं अग ला के उन्हां दियां खब्बे पासे दियां दीवारां ਉਹ इन्हां ने जिहड़ियां ਢਾ ਦਿੱਤੀਆਂ, ਸੁੱਟ ਦਿੱਤੀਆਂ ते बाबा अकाली फूला सिंह उस मघोरे दे विचों अंदर वड़िया, उस दीवार टुੱਟੀ चों अंदर वड़िया ते कुतुबदीन दा इक्को ही झटके दे नाल सिर ला के उन्हें रख दिता। एक बाबा अकाली फूला सिंह, जिथे संत है, जिथे बाणी पढ़न वाले है, उत्थे सिपाही भी है। एक होर मैं तुहाडे नाल बेनती करा, उन्हां दे जीवन चों समाचार। बाबा अकाली फूला सिंह एक बार की होया, शेरे पंजाब मत्था टेकन दरबार साहब आ रहा जी ते जथेदार अकाल तख्त ते बैठा सीगा, पता लग गया शेरे पंजाब आ रहा। जथेदार ने अपने खंडा कढ़िया ते शेरे पंजाब नूं दर्शनी ड्योड़ी दे विच रोकता। कहंदे काणिया रुक जा, इत्थे क्यों रोकिया सीगा? उन्हें दो गलतियां कीतियां सी साध संगत जी। पहली गलती उन्हें कीती सी, एक वैश्या मोरां दा उन्हें नाच देखिया सीगा। यही करे किन्ने को नाच देखे हुए हुण, साडे सिर कौन वड्डूगा? आ जिहड़े माफ़ करना जी मैं गल कहण लगा, आ जिहड़े पंजाब दी धरती दे विच पैलसां विच विआह हुंदे, ये की हैगे आ? एक तो साड़ियाँ धीआं नूं गालां कढ़ जांदे आ, उन्हां दे लक मिल जांदे आ, उन्हां दा भार मिल जांदे आ ते साडे बंदे उन्हां नूं पैसे दे दिंदे आ। ते जे किते उन्हां दे घर 2 दिन पहलां प्रचारक आया होवे ते घर दीआं गुट्ठां दे नाल लग लग के सलावां करदे आ भी 1100 दईए कि 500 दईए। उन्हां दे न्याणे सोने दीआं थालियां विच रोटी खांदे आ, वो आटे की रोटी नहीं खाते, वो चांदी दियां रोटियां पका पका खाते हैं। तो जेडे प्रचारक है बेचारे, उन्होंने बच्चे मिट्टी दियां रोटियां पका पका के आटा गुन के रोटी खाते हैं। ये साडे हालात। मोरां दा नाच देखिया। दूसरा, शेरे पंजाब ने अपनी दाड़ी नूं रंग ला लिया सी, काली कर ली सी। मैं इत्थे बेनती करा, साडे तनख्वाह नामिਆਂ ਦੇ ਵਿੱਚ लिखिया होया वै कि सिख ने अपनी दाड़ी नूं कालफ जिहड़ी है वो नहीं लाउणी, रंग जिहड़ा ये नहीं लाउणा। माफ़ करना, रंग लाउने का तो है इक्को ही तरीका क्यों जी भाई साहब जी? जवान दिखाई देने वास्ते ना, तो बाणी कहती है जो जाने मैं जोबनवंत, अगे की है मैनूं पंक्ति भुल गई है, सो होवत बिस्टाका गंदगी दा कीड़ा, जो जाने मैं जोबनवंत सो होवत बिस्टाका। सिख ने यार कमाल की गल है, किधरले पासे नूं तुर पे। महाराजा रणजीत सिंह शेरे पंजाब नूं रोकिया। शेरे पंजाब नूं इमली जिहड़ी दरबार साहब दी है उहदे थल्ले उहनूं नंगिया करके बन्निया, उहनूं 21 कोरड़ियां दी जिहड़ी सज़ा दित्ती है। शेरे पंजाब दे हत्थ पिछे बन्ने। उत्थे फिर अमृतसर दी धरती तो सारे सिख आए। पता लगा भी शेरे पंजाब नूं अकाली फूला सिंह ने काबू कर लिया, इमली दे थल्ले बन्नता। शेरे पंजाब नूं आके पुछया तू मोरां दा नाच देखिया? कहंदा हाँ देखिया। नीवी पाली। मैं कहना जे राजा भी होवे ते इदां दा होवे, ते जे जथेदार भी होवे ते इदां दा होवे। अज असीं कहने आ जथेदार इदां दा होवे, मन लैने आ वो ते बन जाऊगा, कोई गल नहीं। राजा कित्थों लियाओगे? जिन्होंने वोटां पा पा के आपां सारिਆਂ ने बनाया, वो कित्थों लियावांगे आपां जिहड़ा आके सिर झुका दवे? अजकल दे राजे ते काल तख्त नूं चैलेंज करी जाते हैं। खैर उन्हें की कीता, उन्हें सिर नीवा करके हत्थ पिछे करके तू दाड़ी नूं कालफ लाई? कहंदे हाँ लाई। तैनूं 21 कोरियां दी सज़ा। कहंदे जथेदार जी जो आप दा हुक्म है सिर मत्थे है, मैं मनन नूं तैयार हाँ। नाल ही नीवी पाली। जदों नीवी पाली ना ते फिर जिहड़ी संगत सी ना, संगत ने कहा जथेदार जी राजा वै, सिर नीवा कर गया, माफ़ी मंग गया, साडे कहण ते एक बार इनू माफ़ कर दे। ये है अकाली फूला सिंह। फिर संगत के कहण ते कोड़ा एक नहीं मारिया। उस तो बाद जथेदार ने खंडे बाटे दी माफ़ करना, शेरे पंजाब ने खंडे बाटे दी पौल छकी है, खंडे बाटे की पौल छकी है और वो फिर अपने रस्ते चलिया। हुण आपां अगे चलीए। जिहड़ी अगली जंग सी उन्हां दी, वो जंग सी मुल्तान की जंग। मुल्तान की जंग सिख कौम वास्ते जितनी
एक सुमेर पर्वत दे चढ़न वांगू सी, बहुत ज़्यादा औखी सी। ते महाराजा रणजीत सिंह जी ना ये ना अरदास करन वास्ते अकाल तख्त साहब गए हैं। तो मैं महाराजा रणजीत सिंह के बारे एक थोड़ा जिहा आप जी नूं दृष्टांत दियां। उहदे राज विच तकरीबन 50 साल के राज विच किसी नूं फांसी नहीं लगी। बड़े ध्यान नाल सुनियो, जे महाराजा रणजीत सिंह किसी नूं जितदा सीगा वो हथ खड़े करदा सीगा कि उन्हों मारदा नहीं सी, उन्हों थोड़ा बहुता पैसा ते जगीर दे के उन्हों छड़ दिंदा सीगा। आउणा अगे जो नशहरे की जंग होनी है, माफ़ करना मुल्तान की जंग में आउणा अगे जाके आप लैने आ। तो मैं जी बेनती कर रहा, महाराजा रणजीत सिंह के राज विच ना महाराजा रणजीत सिंह के सिपाही घर घर जाके देखते सीगे कि कोई अज रात नूं भुखा तो नहीं सुता, कोई अज रात नूं भुखा तो नहीं सुता। एक ना छोटी जी कुल्ली सीगी, वो कुल्ली दे विचों आवाज़ आ रही सीगी। आवाज़ की आ रही सीगी? आकड़ वे मुंडिया आकड़। ध्यान नाल सुनियो, एक माँ के हथ में बच्चा वै, अज उस बच्चे नूं शाम का दुध नहीं मिलिया, वो बच्चा भुखा रो रहा वै, वो माँ उन्होंने लोरी दे रही है। वो लोरी की दे रही है? आकड़ वे मुंडिया आकड़, रणजीत सिंह तेरा नौकर, सदा कौर तेरी दाई, ते माही जीतां भजदी आई। जदों ये गल नौकरां ने सुनी तो उन्होंने गुस्सा आया, कहता माई ने साडे राजे नूं नौकर कहता, वो भी एक बच्चे का। आकड़ वे मुंडिया आकड़, रणजीत सिंह तेरा चक, माफ करना, रणजीत सिंह तेरा चाकर, सदा कौर तेरी दाई, ते माई जीतो भजदी होई आई। सदा कौर ओदी सस, वो तेरी दाई जीतो भजदी आई। उन्होंने वो माई नूं गिरफ्तार किया। रात का समा सीगा ते जेल में सुट दिता। सवेरे राजे का दरबार लगा, शेरे पंजाब का, शेरे पंजाब का दरबार लगा। तो सिपाहियों ने कहा, महाराज आ गुस्ताखी की है, एक माई ने अपने राज विच उन्होंने तेनू नौकर बना दिता। तो महाराज कहते मेरे सामने उन्होंने पेश तो करो। जदों सामने पेश किया गया, वो माँ रोंदी करलाउंदी हुई बच्चे नूं लैके आई। निकल जिहा बच्चा 7-8 महीनों का, बच्चे नूं लैके आई। तो उन्होंने कहा, माई की गल होई रात? कहती, राजन मैं की दसां, ये बच्चे नूं दोपहर तो बाद दुध नहीं मिलिया, ये भुखा सोता। तो मैं तो कहती एक लोरी इनू सुना रही सी। तो वह राजा कहता तू लोरी फिर सुना। हुण माई दे बुल भी कंबण, उहदा दिल भी कंबे, उहदियां लत्तां भी कंबण, भी राजे सामने मैं लोरी किद्दां सुनावां? उस माई ने डरदी डरदी ने लोरी सुनाई। उस रणजीत सिंह ने अपने सिपाहियों नूं हुक्म किया, बच्चा इहदी गोद विचों चक लो। बच्चा गोद विचों चक लिया, मां रो पई ते चक लिया। तो एक नूं कहा तक्कड़ लैके आओ, तकड़ी नहीं तक्कड़ लैके आओ। तक्कड़ लैके आंदा गया, उस बच्चे नूं एक छाबे विच पाया, दूजे छाबे विच पैसे तोड़ के उस माई नूं दिते गए। अज तो बाद तेरा बच्चा भुखा नहीं सौवेगा। राजा होवे ते इदां दा होवे। रणजीत सिंह दा राज खालसा राज, असीं ताई ते मंगदे हां भी इदां दा राज आवे। इदां दा राज ना आवे कि मणिपुर की धरती ते तुहाड़ियां अपनियां ही धीआं नूं तुसीं नंगियां करके तुसीं उन्हां दे नाल अप शब्द माड़ियां निगाहां माड़े उन्हां नाल हरकतां करके तुसीं उन्हां नूं कमाओ। ये राज खालसे दा राज नहीं है। इसलिए खालसा कहता कि एक बार तुसीं इन्ने राज कर ले, किते 5 साल खालसे नूं भी राज दे दो, सहमति ना दे दो, फिर देखो इस भारत की काया जिहड़ी है वो की कल्पदी है, किद्दां ये बदलाव हुंदा। खैर मैं अगे चला, मुल्तान की जंग। तो मुल्तान की जंग दे तो पहला ना महाराजा रणजीत सिंह शेरे पंजाब जिहड़ा ना, शेरे पंजाब जिहड़ा वो आया, अकाल तख्त साहब आया। अकाल तख्त साहब आके उन्हें अरदास की है जी। जदों अरदास की है तो अरदास करके वापस जा रहा रस्ते में जथेदार नाल मेल होया। हुण इत्थे मैं थोड़ी जी आप जी नूं बेनती करना चाहांगा। जथेदार अकाली फूला सिंह जी ने शेरे पंजाब नूं समझाया सी। सुनियो 3 गल्लां। कहंदा शेरे पंजाब अपने राज दे विच डोगरियां नूं वड्डियां पदवियां ना दे। बड़े ध्यान नाल सुनियो। श्री गंगा राम इहदे जिहड़े परिवार है इन्हां दे नाल इन्ना वास्ता ना रख। तीसरी गल, ये जिहड़े डोगरे है ये तैनू तेरी औलाद दे नालों दूर करदे पे है। ये तीनों ही काम आउण वाले समय दे विच तेरे राज नूं बर्बाद कर देणगे। और तुसी महाराजा रणजीत सिंह दा इतिहास पढ़ लिओ। महाराजा रणजीत सिंह दे इतिहास दे विच
ਇਹੋ ਹੀ ਤਿੰਨ ਮੁੱਖ ਕਾਰਨ ਸੀ। ਡੋਗਰਿਆਂ ਨੇ ਬੇੜਾ ਗਰਕ ਕੀਤਾ, ਸ਼੍ਰੀ ਗੰਗਾ ਰਾਮ ਨੂੰ ਉੱਚੀਆਂ ਪਦਵੀਆਂ ਦਿੱਤੀਆਂ, ਜਿਹਦੇ ਕਰਕੇ ਖੜਗ ਸਿੰਘ ਤੇ ਇਹਦੀ ਜਿਹੜੀ ਔਲਾਦ ਸੀ ਉਹਨਾਂ ਦੇ ਵਿੱਚ ਆਪਸੀ ਦੋ ਫਾੜ ਪੈ ਗਏ। ਇਹੋ ਹੀ ਤਿੰਨ ਕਾਰਨ। ਅਕਾਲੀ ਫੂਲਾ ਸਿੰਘ ਜਦੋਂ ਮਿਲੇ ਨਾ, ਤੇ ਅਕਾਲੀ ਫੂਲਾ ਸਿੰਘ ਨੇ ਕਿਹਾ, ਕਹਿੰਦੇ ਉਹ ਪਹਾੜੀਆਂ ਨੂੰ ਪਾਲਣ ਵਾਲਿਆ, ਤੇਰਾ ਮੂੰਹ ਕਿਉਂ ਉਤਰਿਆ ਹੋਇਆ। ਸੁਣਿਓ, ਡੋਗਰਿਆਂ ਦੇ ਪਾਲਕ, ਇਹ ਜੋ ਮੈਂ ਆਪ ਜੀ ਨਾਲ ਇਤਿਹਾਸ ਸਾਂਝਾ ਕਰ ਰਿਹਾ ਨਾ, ਇਹ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਕਿਤਾਬ ਹੈ ਜੀ, ਜਿਹੜੀ ਉਹਨਾਂ ਨੇ 1910 ਵਿੱਚ ਲਿਖੀ ਆ, ਅਕਾਲੀ ਫੂਲਾ ਸਿੰਘ ਦਾ ਜੀਵਨ। ਸੰਤ ਪ੍ਰੇਮ ਸਿੰਘ ਨਹੀਂ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ। ਮੇਰੇ ਕੋਲੋਂ ਲੈਪਟਾਪ ਤੇ ਪਈ ਹੈ, ਕਿਸੇ ਨੇ ਲੈਣੀ ਹੋਵੇ ਲੈ ਸਕਦਾ, ਮੈਂ ਉਹਨੂੰ ਟ੍ਰਾਂਸਫਰ ਕਰ ਦੂੰਗਾ। ਉਹ 'ਚੋਂ ਸਾਰਾ ਇਤਿਹਾਸ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ। ਉਸ ਕਿਤਾਬ 'ਚ ਲਿਖਿਆ, ਉਹ ਡੋਗਰਿਆਂ ਦੇ ਪਾਲਕਾ, ਤੇਰਾ ਮੂੰਹ ਕਿਉਂ ਉਤਰਿਆ ਹੋਇਆ, ਤੇਰਾ ਮੂੰਹ ਕਿਉਂ ਉਤਰਿਆ ਹੋਇਆ। ਕਹਿੰਦਾ ਜੀ ਮੁਲਤਾਨ ਦੀ ਜੰਗ ਲੜਨੀ ਹੈ ਤੇ ਜਿੱਤਣੀ ਵੀ ਹੈ, ਤੇ ਪਰੰਤੂ ਡਰ ਲੱਗਦਾ ਪਿਆ, ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਖਾਲਸਾ ਫੌਜ ਤੋਂ ਬਗੈਰ ਇਹ ਜੰਗ ਨਹੀਂ ਉਹ ਜਿੱਤੀ ਜਾਵੇਗੀ। ਖਾਲਸਾ ਫੌਜ ਤੋਂ ਬਗੈਰ ਇਹ ਜੰਗ ਜਿਹੜੀ ਹੈ ਨਹੀਂ ਜਿੱਤੀ ਜਾਵੇਗੀ, ਇਹ ਜੰਗ ਨਹੀਂ ਜਿੱਤੀ ਜਾਵੇਗੀ, ਮੈਂ ਤੁਹਾਨੂੰ ਬੇਨਤੀ ਕਰਦਾ। ਤੇ ਕਹਿੰਦੇ ਜੇ ਬੇਨਤੀ ਕਰਦਾ ਤੇ ਗੁਰੂ ਰਾਮਦਾਸ ਤਾਂ ਕਹਿੰਦੇ ਆ, ਜੋ ਸ਼ਰਨ ਆਵੇ, ਜੋ ਸ਼ਰਨ ਆਵੇ ਤਿਸ ਕੰਟ ਲਾਵੇ। ਇਹ ਬਿਰਧ ਸੁਆਮੀ ਸੰਧਾ ਆਪੇ ਕਹਿੰਦਾ ਰਲ ਮਿਲ ਕੇ ਅਰਦਾਸ ਕਰੀਏ। ਰਲ ਮਿਲ ਕੇ ਅਰਦਾਸ ਕੀਤੀ ਹੈ, ਕਹਿੰਦੇ ਹੋ ਤਿਆਰ, ਕਿੱਦਣ ਜਾਣਾ ਕਹਿੰਦੇ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਆਪਾਂ ਇੱਧਰ ਨੂੰ ਜਿਹੜਾ ਮੁਲਤਾਨ ਵੱਲ ਨੂੰ ਜਾਣਾ। ਹੁਣ ਮਹਾਰਾਜਾ ਰਣਜੀਤ ਸਿੰਘ ਆਪਣਾ ਲੈ ਕੇ ਜਾ ਰਹੇ ਆ ਫੌਜ, ਉਧਰੋਂ ਨਿਹੰਗ ਸਿੰਘ ਜਿਹੜੇ ਅਕਾਲੀ ਫੂਲਾ ਸਿੰਘ ਜੀ ਹੈ ਆਪਣੇ 1300 ਜਿਹੜੇ ਘੋੜਸਵਾਰ ਹੈ। ਸਾਧ ਸੰਗਤ ਜੀ ਮੈਂ ਬੇਨਤੀ ਕਰਾਂ, ਇਹ 1300 ਘੋੜਸਵਾਰ ਉਹ ਹਨ ਜਿਨ੍ਹਾਂ ਨੂੰ ਸਿਰਫ ਪ੍ਰਸ਼ਾਦਾ ਚਾਹੀਦਾ, ਜਿਨ੍ਹਾਂ ਨੂੰ ਸਿਰਫ 6 ਮਹੀਨੇ ਬਾਅਦ ਕੱਪੜਾ ਚਾਹੀਦਾ, ਜਿਨ੍ਹਾਂ ਨੂੰ ਸਿਰਫ ਰੈਣ ਬਸੇਰਾ ਚਾਹੀਦਾ, ਇਹਨਾਂ ਨੂੰ ਪੈਸਾ ਨਹੀਂ ਚਾਹੀਦਾ। ਇਹ ਉਹ ਮਰ ਜੀਵੜੇ ਹਨ। ਬਾਬਾ ਅਕਾਲੀ ਫੂਲਾ ਸਿੰਘ ਦੇ ਨਾਲ ਜਿਹੜੇ ਉਹਨਾਂ ਦੇ ਘੋੜਸਵਾਰ ਹੈ, ਇਹਨਾਂ ਨੂੰ ਸਿਰਫ 2 ਸਮੇਂ ਦਾ ਪ੍ਰਸ਼ਾਦਾ ਤੇ 6 ਮਹੀਨਿਆਂ ਬਾਅਦ ਕੱਪੜਾ ਚਾਹੀਦਾ, ਹੋਰ ਇਹਨਾਂ ਨੂੰ ਕੁਛ ਨਹੀਂ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਦੀ ਫੌਜ, ਚਲੋ ਰਾਜਾ ਹੈ, ਰਾਜੇ ਨੂੰ ਤਨਖਾਹਾਂ ਵੀ ਜਿਹੜੀਆਂ ਦੇਣੀਆਂ ਪੈਂਦੀਆਂ। ਇਹ ਚੱਲ ਪਏ ਜੀ। ਜਦੋਂ ਚਲਦਿਆਂ ਚਲਦਿਆਂ ਮੁਲਤਾਨ ਦੀ ਧਰਤੀ ਤੇ ਪਹੁੰਚੇ ਆ ਨਾ, ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਨਹੀਂ, ਉਹ ਤੋਂ ਪਹਿਲਾਂ ਰਸਤੇ ਚੋਂ ਚੱਲਣ ਲੱਗਿਆ ਤੇ ਅਟਕ ਦਰਿਆ ਜਿਹੜਾ ਅੱਗੇ ਨਾ ਅਜਗਰ ਰੂਪੀ ਸੱਪ ਵਾਂਗੂ ਮੂੰਹ ਫਨ ਖਿਲਾਰ ਕੇ ਬੈਠਾ, ਤੇ ਉੱਥੇ ਫਿਰ ਬਾਬਾ ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ ਅਟਕ ਦਰਿਆ ਦੇ ਅੱਗੇ। ਅਟਕ ਦਰਿਆ ਨੂੰ ਕਿਹਾ ਅਸੀਂ ਸਰ ਕਰਨ ਜਾ ਰਹੇ ਹਾਂ ਤੇ ਤੂੰ ਚੁੱਪ ਕਰਕੇ ਸ਼ਾਂਤ ਹੋ ਜਾ। ਐਸੀ ਅਰਦਾਸ ਕੀਤੀ, ਅਟਕ ਦਾ ਪਾਣੀ ਜਿਹੜਾ ਸੀ ਉਤਰ ਗਿਆ। ਇਹ ਅਰਦਾਸ ਦੀ ਸਾਧ ਸੰਗਤ ਜੀ ਸ਼ਕਤੀ ਹੈ। ਤੇ ਮੈਂ ਤੁਹਾਨੂੰ ਬੇਨਤੀ ਕਰਾਂ, ਰਘਬੀਰ ਸਿੰਘ ਬੀਰ ਦੀ ਇੱਕ ਕਿਤਾਬ ਪੜ੍ਹ ਲਿਓ, ਅਰਦਾਸ ਸ਼ਕਤੀ। ਰਘਬੀਰ ਸਿੰਘ ਬੀਰ ਬੱਬੇ ਨਾਲ। ਇਹ ਮੈਂ ਕਿਤਾਬਾਂ ਦੇ ਨਾਮ ਤੁਹਾਨੂੰ ਤਾਂ ਦੱਸ ਰਿਹਾ, ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ ਤੁਹਾਡਾ ਫੇਸਬੁੱਕ ਤੋਂ ਖਹਿੜਾ ਛੁੱਟ ਜਾਵੇ, ਤੁਹਾਡਾ ਫੇਸਬੁੱਕ ਤੋਂ ਇਹਨਾਂ ਤੋਂ ਕਿਤੇ ਖਹਿੜਾ ਛੁੱਟ ਜਾਵੇ। ਇਹ ਕਿਤਾਬਾਂ ਆਪ ਵੀ ਪੜ੍ਹੋ ਤੇ ਬੱਚਿਆਂ ਨੂੰ ਪੜ੍ਹਾਓ। ਰਘਬੀਰ ਸਿੰਘ ਬੀਰ ਦੀ ਕਿਤਾਬ ਦੇ ਵਿੱਚ ਅਰਦਾਸ ਸ਼ਕਤੀ, ਉਹ ਕਿਤਾਬ ਦੇ ਵਿੱਚ ਇਹ ਸਾਰੀ ਲਿਖੀ ਹੋਈ ਹੈ ਘਟਨਾ। ਤੇ ਉਹਨਾਂ ਨੇ ਕਿਹਾ ਅਟਕ ਦਰਿਆ ਨੂੰ ਬੇਨਤੀ ਕੀਤੀ, ਅਰਦਾਸ ਕੀਤੀ, ਅਟਕ ਦਰਿਆ ਨੀਵਾਂ ਹੋ ਗਿਆ, ਪਾਰ ਕਰਕੇ ਮੁਲਤਾਨ ਦੀ ਧਰਤੀ ਤੇ ਪਹੁੰਚੇ ਆ। ਜਦੋਂ ਮੁਲਤਾਨ ਦੀ ਧਰਤੀ ਤੇ ਪਹੁੰਚੇ ਆ ਨਾ, ਤੇ ਬਾਬਾ ਅਕਾਲੀ ਫੂਲਾ ਸਿੰਘ ਨੇ ਉੱਥੇ ਹੁਣ ਹਮਲੇ ਦੀ ਅਰਦਾਸ ਕੀਤੀ। ਆਮੋ ਸਾਹਮਣੇ ਹੋ ਗਏ, ਅਰਦਾਸ ਕਰਤੀ। ਜਦੋਂ ਅਰਦਾਸ ਕੀਤੀ ਹੈ ਨਾ, ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਆਇਆ, ਕਹਿੰਦਾ ਫੂਲਾ ਸਿੰਘ ਜੀ ਜਥੇਦਾਰ ਜੀ ਹੱਲੇ ਆਪਾਂ ਹਮਲਾ ਨਹੀਂ ਕਰਨਾ। ਕਹਿੰਦਾ ਕੀ ਹੋਇਆ? ਕਹਿੰਦਾ ਜਿਹੜੀ ਮੇਰੀ ਤੋਪ ਨਾ ਪਿੱਛੋਂ ਤੋਪਖਾਨਾ ਹੱਲੇ ਨਹੀਂ ਪਹੁੰਚਿਆ ਤੇ ਆਪਾਂ ਹਮਲਾ ਕੱਲ ਕਰਾਂਗੇ। ਕਹਿੰਦਾ ਕਾਣੀਆਂ ਅਰਦਾਸ ਅੱਜ ਹੋਈ ਆ, ਹਮਲਾ ਅੱਜ ਹੀ ਹੋਵੇਗਾ। ਕਹਿੰਦਾ ਆਪਣਾ ਨੁਕਸਾਨ ਹੋ ਜਾਵੇਗਾ। ਕਹਿੰਦਾ ਕੁਛ ਵੀ ਹੋ ਜਾਵੇ, ਤੈਨੂੰ ਤੇਰੇ ਤੋਪਖਾਨੇ ਤੇ ਵਿਸ਼ਵਾਸ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਉਹਦੀ ਅਰਦਾਸ ਤੇ ਵਿਸ਼ਵਾਸ। ਅਰਦਾਸ ਅੱਜ ਹੋਈ ਹੈ ਤੇ ਹਮਲਾ ਵੀ ਕਹਿੰਦੇ ਅੱਜ ਹੀ ਹੋਵੇਗਾ। ਕਹਿੰਦੇ ਇਹ ਥੋੜੀ ਅਰਦਾਸ ਅੱਜ ਤੇ ਹਮਲਾ ਕੱਲ। ਇੱਥੇ ਤਾਂ ਆਵਾਜ਼ ਆ ਰਹੀ ਹੈ, ਐ ਕਰ ਕਰੇ ਸੋ ਐ ਕਰ ਪਾਵੇ, ਐ ਕਰ ਕਰੇ ਸੋ ਐ ਕਰ ਪਾਵੇ। ਕਹਿੰਦੇ ਮਹਾਰਾਜ ਕਹਿੰਦੇ ਇੱਕ ਹੱਥ ਨਾਲ ਤੂੰ ਬੇਨਤੀ ਕਰ, ਦੂਜੇ ਹੱਥ ਦੇ ਵਿੱਚ ਮਹਾਰਾਜ ਨੇ ਦਾਤਾਂ ਜਿਹੜੀਆਂ ਉਹ ਤੇਰੇ ਵਾਸਤੇ ਰੱਖੀਆਂ। ਅਕਾਲੀ ਫੂਲਾ ਸਿੰਘ 1300 ਸਿੰਘਾਂ ਨੂੰ ਲੈ ਕੇ ਚਲਾ ਗਿਆ ਜੀ। ਇੰਨੇ ਨੂੰ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਆਇਆ, ਚਲੋ ਕੋਈ ਗੱਲ ਨਹੀਂ, ਤੋਪਖਾਨਾ ਕੱਲ ਆ ਜਾਵੇਗਾ, ਮੈਂ ਵੀ ਨਾਲ ਚੱਲਦਾ। ਕਿਉਂਕਿ ਜੇ ਨਾ ਜਾਂਦਾ ਤੇ ਫਿਰ ਉਹਦੇ ਵਾਸਤੇ ਵੀ ਇੱਕ ਰਾਜਾ ਸੀ, ਨਮੋਸ਼ੀ ਦੀ ਗੱਲ। ਖੈਰ ਉੱਥੇ ਜੰਗ ਹੋ ਰਹੀ ਹੈ ਜੀ, ਜੰਗ ਬੜੀ ਜੰਗ ਕਮਸਾਨ ਹੋਈ। ਵੈਸੇ ਤੇ ਇਤਿਹਾਸਕਾਰ ਦੱਸਦੇ ਹੈ
कि ये जंग तकरीबन 4 महीने चली है। 4 महीने जंग चली है। फिर की होया, फिर वो जिहड़ा तोपखाना सी ना, तोपखाने दे विचों फिर अकाली फूला सिंह ने क्या कहंदा, वो कित्थे है, कहंदा जिहड़ी अपनी तोप है, ते अपने महाराजा कहंदा उत्थे पई, कहंदा वो तोप मंगाई जावे जिहड़ी उन्हें बनाई सी कि अहमद शाह अब्दाली ने सिखां दा खुरा कोच मिटाउण वास्ते। वो तोप मंगाई गई, वो तोप अगे आई। जदों तोप अगे आई ना, अकाली फूला सिंह ने कहा ये जिहड़ी मुल्तान दी दीवार दी फसील है ना, इक्को थां ते हमला करो तुसी, एक वारी तुसी मैनू थोड़ा जिहा मुगोरा बना दो, ते उस तो बाद मैं 1300 दे 1300 सिंह अंदर लैके वड़ जूँगा, मैं जाना ते मेरा कंब जाना। ये जथेदार अकाली फूला सिंह जी कहंदे इन्ने हमले इक्को ही थां ते करने हैं, उस तोप दे नाल हमले कर रहे हैं। थोड़ा जिहा उहदे विच मगोरा होया ते माफ करना की होया, वो जिहड़ी तोप सी ना, वो तोप दा खब्बा पहिया टुट गया। वो तोप दा खब्बा पहिया टुट गया ते जिहड़ा आतिशबाज सीगा, जिहड़ा उहनूं चलाउण वाला सीगा, उहनूं पुछया गया हुण, कहंदा हुण ये ते एक पासे नूं हो गई है। कहंदे इहदा हल की है, कहंदे इन्नी छेती को मकैनिक भी लभना, इहदा पहिया नहीं लगना। कहंदे फिर कहंदे जिन्नी देर नूं थोड़ा जिहा मगोरा बनिया, ये ते मगोरा कहंदे गाजियां ने फिर दोबारा रेता पा के बोरे पा के पूर देना, अपनी कीती मेहनत खराब हो जानी। ते फिर कहंदे की होवे, कहंदे कोई सिख आवे ਜਿਹੜਾ ਇਹਦੇ ਖੱਬੇ ਪਾਸੇ ਜਿੱਥੇ ਟਾਇਰ ਹੈ ਉੱਥੇ ਆਪਣਾ ਮੋਢਾ ਦਵੇ। ਜਦੋਂ ਮੋਢਾ ਦਊਗਾ ਤੋਪ ਚੱਲੂਗੀ, ਕਿਉਂਕਿ ਤੋਪ ਦਾ ਬੈਲੈਂਸ ਬਣੂਗਾ। ਲੇਕਿਨ ਤੋਪ ਨੇ ਜਦੋਂ ਵਾਪਸ ਮੋੜਨਾ ਫਾਇਰ ਕਰਕੇ, ਆਪਾਂ ਦੇਖਦੇ ਰਿਵਾਲਵਰ ਜਿਹੜਾ ਵਾਪਸ ਆਉਂਦਾ, ਉਹ ਜਿਹੜਾ ਰੀਕੋਇਲ ਹੋਣਾ ਪਿੱਛੇ ਨੂੰ, ਉਹਦੇ ਨਾਲ ਉਹ ਸਿੱਖ ਦਾ ਫੀਤਾ ਫੀਤਾ ਉੜ ਜਾਣਾ। ਤੇ ਉੱਥੇ ਕੀ ਦੇਖਿਆ, ਉੱਥੇ ਸਿੱਖ ਆਪਸ ਵਿੱਚ ਲੜਨ ਦੇ ਆ, सिखां की लड़ाई हो गई। तो उत्थे एक जिहड़ा मुसलमान जिहड़ा राइटर है उन्हां वल्लों आया, वो देख रहा, कहंदा सिख क्यों लड़ रहे हैं, हले तो मोरा होया नहीं। जदों लागे जाके देखिया तो सिख लड़ रहे हैं, पहला मोढा मैं देना, पहला मोढा मैं देना, इस करके लड़ रहे हैं। फिर उन्हां जिहड़ा फौज का जिहड़ा सीगा जथेदार, वो जथेदार अगे आया, कहंदा उन्हां सिखां नूं क्या, कहंदा तुहाडा इहो ही काम है, तुसी लड़ाई करन वास्ते भी लड़दे हो, कुर्बानियां देण वास्ते भी लड़दे हो, गुरु गोबिंद सिंह तो तुसी इहो ही काम करदे आ रहे हो। कहंदे मैनूं ये दसो तुहाडा जथेदार कौन है, कहंदे जथेदार तुसी हो, ये अकाली फूला सिंह नहीं जिहड़ा फौज दा बनाया सी जथेदार। कहंदे जथेदार तू है, कहंदा जी जथेदार मैं तो सारे पिछे हो जाओ, पहला मोढा मैं देवांगा, पहला मोढा मैं देवांगा। मैं बेनती करदा अज सिख कौम दे जथेदार कित्थे गए। मैं किसी के विरोध में नहीं है, पर जदों भी किते इदां दीयां गल्लां पढ़दे आ ना, हर कौम का बच्चा, हर कौम का बशिंदा, हर कौम नूं सोचण वाला सुहिरद सिख, वो कहंदा किते जथेदार अकाली फूला सिंह वर्गा होवे ते फिर। मैं फिर उही गल दोहरावां, अकाली फूला सिंह वर्गा जथेदार बनना मुश्किल नहीं, बन जाना, लेकिन राजा भी उदां दा चाहिदा, महाराजा रणजीत सिंह वर्गा। दोनों पासियों प्यार होवेगा ते घर वसदे है, नहीं तो घर नहीं वो वसदे। समझदे गल ना, आपां एक छोटे ਜਿਹੇ घर की गल कर लीए, दोनों पासियों तो विचारधारा रलेगी तो घर वसेगा। खैर कहंदे तुहाडा जथेदार कौन है, कहंदे जथेदार तुसी हो, हट जाओ सारे पिछे। कहंदे पहला मोढा मैं दूंगा। एक मोढा दिता गया, 2 मोढे, 13 सिंगां दे जेड़े है ना, वो चिथड़े जेड़े हवा दे विच उड़ गए। 13 जेड़े फायर किए गए, उन्हां 13 फायरां दे नाल उस दीवार दे विच मगोरा होया। जथेदार अकाली फूला सिंह जिहड़ा सीगा उस मगोरे दे विचों दी लंघदा होया, चीरदा होया अंदर पहुंचिया। जाके उत्थे मुहम्मद खान नूं जिहड़ा सीगा उन्होंने उन्हें गिरफ्तार किया, उन्होंने माफ करना उन्होंने मारिया। आमो सामनी जंग विच जदों मारिया तो उहदे 2 पुत्रां नूं गिरफ्तार कर लिया। 2 पुत्रां नूं गिरफ्तार करके शेरे पंजाब सामने पेश किया। तो शेरे पंजाब सामने जदों पेश होए ना, उहदे पुत्र थर थर कंब रहे हैं, पुत्र थर थर कंब रहे हैं। जदों पुत्र थर थर कंब रहे हैं ना, तो शेरे पंजाब ने कहा तुसीं क्यों डरदे पे हो। कहंदे सानूं पता तू सानूं भी साडे प्यो दे वांगू अब्बू दे वांगू मार देना। कहंदा नहीं, दुश्मनी उदों तक सीगी जदों तुसीं मेरे सामने जंग दे मैदान में सीगे, हुण तुसीं मेरे घर विच हो, जाओ मैं तुहानूं सतलुज दरिया तो परले पासे दा जिहड़ी जगह वो दे देना, अपना उत्थे मेहनत करो, खेती करो ते उत्थे रहो, तुहाडे नाल मेरी कोई दुश्मनी नहीं। जे राजा भी होवे ते इदां दा होवे, जे जथेदार होवे ते वो भी इदां दा होवे। आओ एक होर जिहड़ी ना
ਜਥੇਦਾਰ ਸਾਹਿਬ ਦੀ ਜਿਹੜੀ ਸ਼ਹੀਦੀ ਹੋਈ ਹੈ ਉਹ ਹੋਈ ਹੈ ਨੌਸ਼ਹਿਰੇ ਦੇ ਜੰਗ ਦੇ ਵਿੱਚ। ਇਸ ਤੋਂ ਪਹਿਲਾਂ ਇੱਕ ਘਟਨਾ ਕੀ ਹੋਈ ਹੈ, ਸਮਾਂ ਅੱਜ ਥੋੜ੍ਹਾ ਜਿਹਾ 5-7 ਮਿੰਟ ਉੱਪਰ ਹੋ ਜਾਣੇ ਆ, ਮੈਨੂੰ ਜਰ ਲੋਗੇ ਨਾ, 5-7 ਮਿੰਟ ਉੱਪਰ ਹੋ ਜਾਣੇ ਕਿਉਂਕਿ 1:40 ਦੇ ਹੋ ਚੁੱਕੇ ਆ। ਲੈ ਲਓ ਜੀ, ਇਹਦਾ ਮਤਲਬ ਹੁੰਦਾ ਵੀ ਉੱਠ ਪਿਆ, ਹੁਣ ਟਾਈਮ ਹੋ ਗਿਆ ਤੇਰਾ। ਇਸ ਤੋਂ ਪਹਿਲਾਂ ਕੀ ਹੋਇਆ, ਇੱਕ ਛੋਟੀ ਜਿਹੀ ਘਟਨਾ, ਨੈਪੋਲੀਅਨ ਨੇ ਯੂਰਪ ਦਾ ਇਲਾਕਾ ਸਾਰਾ ਜਿੱਤਿਆ, ਠੀਕ ਹੈ ਜੀ, ਤੇ ਨੈਪੋਲੀਅਨ ਨੇ ਰੂਸ ਦੀ ਮਦਦ ਮੰਗੀ, ਰੂਸ ਨੇ ਉਹਨੂੰ ਆਪਣੀ ਮਦਦ ਦਿੱਤੀ, ਠੀਕ ਹੈ ਜੀ। ਅੱਛਾ, ਨੈਪੋਲੀਅਨ ਨੇ ਤੁਰਕੀ ਤੇ ਈਰਾਨ ਦੀ ਮਦਦ ਦੇ ਨਾਲ ਹਿੰਦੁਸਤਾਨ ਵੜਨਾ ਚਾਹਿਆ, ਨੈਪੋਲੀਅਨ ਰਾਜੇ ਨੇ। ਜਦੋਂ ਨੈਪੋਲੀਅਨ ਰਾਜੇ ਨੂੰ ਸਾਰੇ ਪਾਸਿਓਂ ਯੂਰਪ ਨੂੰ ਪੂਰਾ ਜਿੱਤ ਲਿਆ, ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹਾਂਗਾ, ਇਹ ਦੋ ਰਾਜੇ ਐਸੇ ਹੈ ਜਿਨ੍ਹਾਂ ਨੇ ਕਿਸੇ ਦੇ ਕੋਲੋਂ ਕਰਜ਼ਾ ਨਹੀਂ ਲਿਆ, ਨਾ ਨੈਪੋਲੀਅਨ ਨੇ ਲਿਆ ਤੇ ਨਾ ਮਹਾਰਾਜਾ ਰਣਜੀਤ ਸਿੰਘ ਨੇ ਲਿਆ, ਕਿਉਂਕਿ ਇਹਨਾਂ ਦੀ ਆਰਥਿਕ ਵਿਵਸਥਾ ਬੜੀ ਸਟਰੋਂਗ ਸੀਗੀ, ਇਹ ਇਕਨੋਮਿਕਲੀ ਬੜੇ ਸਟਰੋਂਗ ਸੀਗੇ, ਔਰ ਅੰਗਰੇਜ਼ ਇਹਨਾਂ ਦੋਨਾਂ ਦੇ ਹੀ ਦੁਸ਼ਮਣ ਸੀਗੇ, ਕਿਸੇ ਤਰੀਕੇ ਨਾਲ ਇਹਨਾਂ ਨੂੰ ਮਾਰੇ ਜਾਵੇ। ਨੈਪੋਲੀਅਨ ਨੂੰ ਵੀ ਉਹਦੇ ਭੋਜਨ ਦੇ ਵਿੱਚ ਹੌਲੀ ਹੌਲੀ ਜ਼ਹਿਰ ਦੇ ਕੇ ਅੰਗਰੇਜ਼ਾਂ ਨੇ ਮਾਰਿਆ, ਤੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਦਵਾਈਆਂ ਦੇ ਵਿੱਚ ਜ਼ਹਿਰ ਦੇ ਕੇ ਜੌਹਨ ਹੈਨਰੀ ਜਿਹੜਾ ਇਹਦਾ ਡਾਕਟਰ ਸੀ ਅੰਗਰੇਜ਼, ਉਹ ਇਹਦੀਆਂ ਦਵਾਈਆਂ ਦੇ ਵਿੱਚ ਜ਼ਹਿਰ ਦਿੰਦਾ, ਤੇ ਅਸੀਂ ਕਹਿਤਾ ਜੀ ਸ਼ਰਾਬੀ ਬੜਾ ਸੀਗਾ, ਉਹਦੀਆਂ ਅੰਦਰ ਸੜ ਗਿਆ। ਨਹੀਂ ਸਾਧ ਸੰਗਤ ਜੀ, ਜਿਹੜੇ ਅੰਗਰੇਜ਼ਾਂ ਦੇ ਜਿਹੜੇ ਇਤਿਹਾਸਕਾਰ ਹੈ ਉਹਨਾਂ ਨੇ ਕਲੀਅਰ ਲਿਖਿਆ ਕਿ ਜੌਹਨ ਹੈਨਰੀ ਜਿਹੜਾ ਸੀ ਨਾ, ਉਹ ਇਹਨੂੰ ਦਵਾਈਆਂ ਦੇ ਵਿੱਚ ਜ਼ਹਿਰ ਦਿੰਦਾ ਸੀ, ਔਰ ਉਹਨੂੰ ਕਿਹਨੇ ਕਿਹਾ ਸੀਗਾ, ਜਿਹੜੀ ਈਸਟ ਇੰਡੀਆ ਕੰਪਨੀ ਜਿਹੜੀ 1650 ਦੇ ਵਿੱਚ ਪੰਜਾਬ ਆਪਣੇ ਭਾਰਤ ਦੀ ਧਰਤੀ ਤੇ ਆ ਗਈ ਸੀ, ਉਹ ਜੌਹਨ ਹੈਨਰੀ ਉਹਦਾ ਖਾਸ ਬੰਦਾ ਸੀ, ਉਹਦੇ ਨਾਲ ਜਿਹੜਾ ਮਾਲਕ ਸੀ ਉਹਦੇ ਨਾਲ ਇਹਦੇ ਲਿੰਕ ਜਿਹੜੇ ਜੋੜਦੇ ਸੀਗੇ। ਤੇ ਮੈਂ ਜਿਹੜੀ ਬੇਨਤੀ ਕਰਨ ਲੱਗਾ, ਇਹ ਨੈਪੋਲੀਅਨ ਜਿਹੜਾ ਜਦੋਂ ਪੰਜਾਬ ਦੀ ਧਰਤੀ ਵੱਲ ਨੂੰ ਹਿੰਦੁਸਤਾਨ ਨੂੰ ਵਧਿਆ ਨਾ, ਤੇ ਇੱਥੇ ਈਸਟ ਇੰਡੀਆ ਕੰਪਨੀ ਤੇ ਪਹਿਲਾਂ ਹੀ ਆ ਚੁੱਕੀ ਹੈਗੀ ਹੈ, ਕਿਉਂਕਿ ਇਹ ਗੱਲ 1850 ਦੀ ਤਕਰੀਬਨ ਗੱਲ ਹੈਗੀ ਜਦੋਂ ਨੈਪੋਲੀਅਨ ਆਉਣ ਲੱਗਾ। ਤੇ ਉਸ ਸਮੇਂ ਜਿਹੜੇ ਪੰਜਾਬ ਦੀ ਧਰਤੀ ਦੇ ਆਸੇ-ਪਾਸੇ ਅੰਗਰੇਜ਼ਾਂ ਦਾ ਕਬਜ਼ਾ, ਕਿਉਂਕਿ 1849 ਤੱਕ, ਮਾਫ ਕਰਨਾ 1849 ਤੱਕ ਅੰਗਰੇਜ਼ ਜਿਹੜੇ ਆ ਪੰਜਾਬ ਦੀ ਧਰਤੀ ਤੇ ਨਹੀਂ ਆ ਸਕੇ, ਮਾਫ ਕਰਨਾ 1839 ਤੱਕ। ਤੇ ਇੱਥੇ ਦਾ ਸੀਗਾ ਲਾਰਡ ਮਿੰਟੂ ਨੇ ਜਾ ਕੇ ਸ਼ੇਰੇ ਪੰਜਾਬ ਦੇ ਨਾਲ ਮਤੇ ਪਕਾਏ ਵੀ ਤੂੰ ਸਾਡੇ ਰਾਜ ਵਿੱਚ ਨਹੀਂ ਆਉਣਾ, ਅਸੀਂ ਤੇਰੇ ਵਿੱਚ ਨਹੀਂ ਆਉਣਾ, ਜੇ ਨੈਪੋਲੀਅਨ ਆਉਂਦਾ ਤੇ ਆਪਾਂ ਦੋਨਾਂ ਨੇ ਰਲ ਕੇ ਉਹਦਾ ਮੁਕਾਬਲਾ ਕਰਨਾ, ਜੇ ਨੈਪੋਲੀਅਨ ਹਿੰਦੁਸਤਾਨ ਵੜਦਾ ਆਪਾਂ ਦੋਨਾਂ ਨੇ ਉਹਦਾ ਮੁਕਾਬਲਾ ਕਰਨਾ, ਕਿਉਂ ਤੇਰੇ ਵਾਸਤੇ ਵੀ ਖਤਰਨਾਕ ਹੈ, ਸਾਡੇ ਵਾਸਤੇ ਵੀ ਖਤਰਨਾਕ ਹੈ। ਚਲੋ ਖੈਰ, ਉਹ ਜਿਹੜਾ ਲਾਰਡ ਮਿੰਟੂ ਸੀ ਨਾ, ਉਹਦਾ ਇੱਕ ਅੰਗਰੇਜ਼ ਸੀਗਾ, ਉਹਦਾ ਨਾਮ ਸੀਗਾ ਸਰ ਸਟੀਫਨ। ਨੋਟ ਕਰਿਓ ਗੱਲ ਇਹ, ਸਰ ਸਟੀਫਨ ਨੇ ਕੀ ਕੀਤਾ, ਸਰ ਸਟੀਫਨ ਦੀ ਰੈਜੀਮੈਂਟ ਦੇ ਵਿੱਚ ਇੱਕ ਸ਼ੀਆ ਮੁਸਲਮਾਨ ਦੀ ਰੈਜੀਮੈਂਟ ਸੀਗੀ। ਜਦੋਂ ਸ਼ੀਆ ਮੁਸਲਮਾਨ ਦੀ ਰੈਜੀਮੈਂਟ ਸੀ ਨਾ, ਉਹ ਰੈਜੀਮੈਂਟ ਅੰਮ੍ਰਿਤਸਰ ਦੀ ਧਰਤੀ ਤੇ ਆਈ, ਤੇ ਉਸ ਸਮੇਂ ਮੁਹੱਰਮ ਦਾ ਮਹੀਨਾ ਚੱਲਦਾ ਪਿਆ ਸੀਗਾ। ਦਰਬਾਰ ਸਾਹਿਬ ਦੇ ਲਾਗੇ ਜਿਹੜਾ ਰਸਤਾ ਹੈ, ਉਹ ਮੁਹੱਰਮ ਦੇ ਵਿੱਚ ਜਿਹੜੇ ਸ਼ੀਆ ਮੁਸਲਮਾਨ ਹੈਗੇ ਉਹ ਇੱਕ ਜਲੂਸ ਕੱਢਦੇ ਆ ਜਿਹਨੂੰ ਕਹਿੰਦੇ ਆ ਤਾਜ਼ੀਆ ਕੱਢਣਾ। ਉਹ ਨੰਗੇ ਹੋ ਕੇ ਆਪਣੇ ਪਿੰਡੇ ਦੇ ਉੱਪਰ ਤਿੱਖੇ ਹਥਿਆਰਾਂ ਦੇ ਨਾਲ ਖੂਨ ਕੱਢਦੇ ਮੁਹੱਰਮ ਦੇ ਮਹੀਨੇ ਦੇ ਵਿੱਚ, ਉਹ ਇੱਕ ਰੋਸ ਵਜੋਂ ਕੱਢਦੇ। ਉਹ ਮੁਹੱਰਮ ਦੇ ਮਹੀਨੇ ਦੇ ਵਿੱਚ ਦਰਬਾਰ ਸਾਹਿਬ ਦੇ ਲਾਗਿਓਂ ਸ਼ਾਮ ਨੂੰ ਆਪਣਾ ਤਾਜ਼ੀਆ ਕੱਢ ਰਹੇ ਸੀਗੇ ਮੁਸਲਮਾਨ। ਜਦੋਂ ਤਾਜ਼ੀਆ ਕੱਢ ਰਹੇ ਸੀਗੇ, ਅੱਲਾਹੂ ਅਕਬਰ ਦੀਆਂ ਆਵਾਜ਼ਾਂ ਜਾਂ ਹੁਸੈਨ ਦੀਆਂ ਆਵਾਜ਼ਾਂ ਅੰਦਰ ਆ ਰਹੀਆਂ ਸੀ। ਹੁਣ ਦਰਬਾਰ ਸਾਹਿਬ ਦੇ ਅੰਦਰ ਉਦੋਂ ਕਿਹੜੀਆਂ ਦੀਵਾਰਾਂ ਸੀਗੀਆਂ, ਉਹ ਆਵਾਜ਼ ਅੰਦਰ ਆਈ, ਤੇ ਉੱਥੇ ਫਿਰ ਨਾ ਜਥੇਦਾਰ ਅਕਾਲੀ ਫੂਲਾ ਸਿੰਘ ਨੇ 3-4 ਸਿੱਖ ਭੇਜੇ ਵੀ ਇਹਨਾਂ ਨੂੰ ਕਹੋ ਵੀ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਕਰੋ, ਪਰੰਤੂ ਇੱਥੇ ਦਰਬਾਰ ਸੱਜਿਆ ਹੋਇਆ, ਤੁਹਾਡੀ ਆਵਾਜ਼ ਆ ਰਹੀ ਹੈ, ਇਹਨੂੰ ਤੁਸੀਂ ਥੋੜ੍ਹਾ ਪਰੇ ਹੋ ਕੇ ਕਰ ਲਓ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਹਨਾਂ ਸਿੱਖਾਂ ਦੇ ਨਾਲ ਝਗੜਾ ਕੀਤਾ, ਤੇ ਇੱਕ ਸਿੱਖ ਦੀ ਪੱਗ ਉਤਰ ਗਈ, ਇੱਕ ਸਿੱਖ ਦੀ ਪੱਗ ਉਤਰ ਗਈ। ਉਹ ਸਿੱਖ ਪੱਗ ਲੈ ਕੇ, ਦਸਤਾਰ ਲੈ ਕੇ ਅਕਾਲੀ ਫੂਲਾ ਸਿੰਘ ਕੋ ਗਿਆ। ਉਧਰੋਂ ਸਿੱਖ ਦੀ ਪੱਗ ਉਤਰੀ, ਇਧਰੋਂ ਅਕਾਲੀ ਫੂਲਾ ਸਿੰਘ ਦੀ ਕਿਰਪਾਨ ਨੇ ਮਿਆਨ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ। ਜਦੋਂ ਮਿਆਨ ਚੋਂ ਬਾਹਰ ਕੱਢ ਲਿਆ, ਤੇ ਉਹਨਾਂ ਦੇ 30-40 ਮੁਸਲਮਾਨ ਅਕਾਲੀ ਫੂਲਾ ਸਿੰਘ ਦੇ ਜਥੇ ਨੇ ਝਟਕਾ ਦਿੱਤੇ।
ਝਟਕਾ ਦਿੱਤੇ। ਅੰਗਰੇਜ਼ਾਂ ਕੋਲ ਗੱਲ ਪਹੁੰਚੀ ਸਟੀਫਨ ਦੇ ਕੋਲ ਵੀ ਉਹਦਾ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਥੇਦਾਰ ਹੈ ਉਹਨੇ ਆਹ ਕੰਮ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਫਿਰ ਨਾ ਲੌਰਡ ਮਿੰਟੂ ਨੂੰ ਸਮਝਾਇਆ, ਕਹਿੰਦਾ ਰੱਬ ਦਾ ਵਾਸਤਾ ਮੇਰੇ ਸਾਹਮਣੇ ਪੱਗ ਉੱਤਰ ਜਾਵੇ ਤੇ ਮੈਂ ਸਬਰ ਕਰ ਸਕਦਾ, ਪਰ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਸਿੱਖ ਦੀ ਪੱਗ ਉਤਰੇ ਤੇ ਉਹ ਨਹੀਂ ਉਹ ਜਰ ਸਕਦਾ। ਦੂਸਰੀ ਗੱਲ, ਉਹਨੂੰ ਤੇ ਮੈਂ ਵੀ ਨਹੀਂ ਕੋਈ ਹੁਕਮ ਕਰ ਸਕਦਾ, ਕਿਉਂਕਿ ਉਹ ਸਾਡੀ ਕੌਮ ਦਾ ਬਣਾਇਆ ਹੋਇਆ ਜਥੇਦਾਰ ਹੈ। ਤੇ ਅੱਜ ਸਾਡੇ ਹਾਲਾਤ ਕੀ ਹੈ, ਮੇਰੇ ਵੱਲ ਧਿਆਨ ਦਿਓ। ਅੱਜ ਸਾਡੇ ਹਾਲਾਤ ਕੀ ਹੈ? ਪੱਗਾਂ ਦੀ ਤੇ ਗੱਲ ਹੀ ਬਹੁਤ ਦੂਰ ਦੀ ਰਹਿ ਗਈ। ਅਸੀਂ ਤੇ ਸਾਰਾ ਕੁਛ ਹੀ ਅਗਲੇ ਦਾ ਫੜ ਕੇ ਉਤਾਰਨ ਤੇ ਪਏ ਹੋਏ ਆ। ਇਹ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਇੱਕ ਪੱਗ ਉਤਰੀ, ਉਹਨੇ 30-40 ਜਿਹੜੇ ਸ਼ੀਆ ਮੁਸਲਮਾਨ ਸੀਗੇ, ਔਰ ਉਦੋਂ ਦਾ ਇਹ ਕਾਨੂੰਨ ਬਣ ਗਿਆ ਹੋਇਆ। ਅੰਗਰੇਜ਼ਾਂ ਨੇ ਕਾਨੂੰਨ ਬਣਾ ਗਿਆ ਕਿ ਸ਼ੀਆ ਮੁਸਲਮਾਨ ਕਦੀ ਵੀ ਦਰਬਾਰ ਸਾਹਿਬ ਦੇ ਲਾਗੂ ਆਪਣਾ ਤਾਜ਼ੀਆ ਨਹੀਂ ਕੱਢਣਗੇ। ਅੱਜ ਵੀ ਕਾਨੂੰਨ ਬਣਿਆ ਹੋਇਆ, ਇਹ ਉਦੋਂ ਦਾ ਕਾਨੂੰਨ ਬਣਿਆ ਹੋਇਆ। ਚਲੋ ਆਪਾਂ ਗੱਲ ਕਰ ਰਹੇ ਸੀਗੇ ਨੌਸ਼ਹਿਰੇ ਦੀ ਜੰਗ ਦੀ। ਨੌਸ਼ਹਿਰੇ ਦੀ ਜੰਗ ਜਿਹੜੀ ਹੈ ਨਾ ਉਹ ਹੋਈ ਹੈ। ਅਕਾਲੀ ਫੂਲਾ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਗਏ ਆ। ਮੈਂ ਸਮੇਂ ਨੂੰ ਨਜ਼ਾਕ ਨੂੰ ਦੇਖਦਾ ਸੰਪਤਾ ਵੱਲ ਆਵਾਂ। ਨੌਸ਼ਹਿਰੇ ਦੀ ਜੰਗ ਦੇ ਵਿੱਚ ਨੌਸ਼ਹਿਰੇ ਦਾ ਜਿਹੜਾ ਹਾਕਮ ਹੈ ਉਹਦੀ ਤੇ ਅਕਾਲੀ ਫੂਲਾ ਸਿੰਘ ਦੀ ਆਮੋ ਸਾਹਮਣੇ ਜੰਗ ਹੋ ਰਹੀ ਹੈ। ਜਦੋਂ ਆਮੋ ਸਾਹਮਣੇ ਜੰਗ ਹੋ ਰਹੀ ਹੈ ਨਾ, ਇਹ ਅਕਾਲੀ ਫੂਲਾ ਸਿੰਘ ਉਸ ਹਾਕਮ ਦੇ ਬਿਲਕੁਲ ਨਜ਼ਦੀਕ ਪਹੁੰਚਿਆ। ਜਦੋਂ ਨਜ਼ਦੀਕ ਪਹੁੰਚਿਆ ਨਾ ਤੇ ਕਿਸੇ ਨੇ ਇਹਦੇ ਪਿੱਛੋਂ ਦੀ ਇਹਦੀ ਬਾਂਹ ਦੇ ਵਿੱਚ ਗੋਲੀ ਮਾਰ ਦਿੱਤੀ। ਅਕਾਲੀ ਫੂਲਾ ਸਿੰਘ ਦੀ ਕਿਸੇ ਗਾਜ਼ੀ ਦੇ ਵੱਲੋਂ ਬਾਂਹ ਦੇ ਵਿੱਚ ਗੋਲੀ ਵੱਜੀ। ਜਦੋਂ ਗੋਲੀ ਵੱਜੀ, ਦੂਜੀ ਗੋਲੀ ਵੱਜੀ ਇਹਦੇ ਘੋੜੇ ਨੂੰ, ਇਹ ਘੋੜੇ ਤੋਂ ਡਿੱਗ ਗਿਆ। ਘੋੜੇ ਤੋਂ ਡਿੱਗ ਗਿਆ। ਇਹਨੇ ਸਿੱਖਾਂ ਨੂੰ ਕਿਹਾ, ਸਿੰਘਾਂ ਨੂੰ, ਫਟਾਫਟ ਦੂਜਾ ਘੋੜਾ ਤਿਆਰ ਕੀਤਾ ਜਾਵੇ। ਬੜੇ ਧਿਆਨ ਨਾਲ ਸੁਣਿਓ, ਦੂਜਾ ਘੋੜਾ ਤਿਆਰ ਕੀਤਾ ਗਿਆ। ਇਹ ਜਦੋਂ ਦੂਜੇ ਘੋੜੇ ਤੇ ਚੜਨ ਲੱਗਾ ਤੇ ਗੋਲੇ ਦਾ ਤੋਪ ਦਾ ਬਰੂਦ ਜਿਹੜਾ ਸੀਗਾ ਗੋਲਾ ਆਇਆ, ਉਹ ਇਹਦੀ ਲੱਤ ਤੇ ਵੱਜਾ ਤੇ ਇਸ ਲੱਤ ਤੇ ਵੱਜ ਕੇ 1823 13 ਮਾਰਚ 1823 ਇਸ ਲਈ 200 ਸਾਲ ਮਨਾ ਰਹੇ ਹਾਂ, ਦੂਸਰੀ ਸ਼ਤਾਬਦੀ ਮਨਾ ਰਹੇ ਹਾਂ। 1823 ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਨੇ ਜਿਹੜੀ ਹੈ ਨਾ ਉਹ ਸ਼ਹਾਦਤ ਪ੍ਰਾਪਤ ਕੀਤੀ ਹੈ। ਸਾਧ ਸੰਗਤ ਜੀ, ਮੈਂ ਇੱਕ ਬੇਨਤੀ ਕਰਕੇ ਸੰਪਤਾ ਵੱਲ ਆਵਾਂ। ਜਿਹੜੀ ਮੁਲਤਾਨ ਦੀ ਜੰਗ ਇੰਨੀ ਹੋਈ ਹੈ, ਉਹ ਗੱਲ ਮੈਂ ਕਹਿਣੀ ਭੁੱਲ ਗਿਆ। ਅਕਾਲੀ ਫੂਲਾ ਸਿੰਘ ਨੇ ਇੰਨੀ ਤਲਵਾਰ ਕਿਰਪਾਨ ਚਲਾਈ ਹੈ, ਸ਼ਾਮ ਨੂੰ ਕਿਰਪਾਨ ਦੇ ਮੁੱਠੇ ਦੇ ਵਿੱਚੋਂ ਉਹਦਾ ਹੱਥ ਨਹੀਂ ਬਾਹਰ ਨਿਕਲਿਆ, ਇੰਨਾ ਸੁੱਜ ਗਿਆ, ਉਹ ਵਿੱਚ ਫਸ ਗਿਆ ਤੇ ਗਰਮ ਪਾਣੀ ਤੇ ਲੂਣ ਪਾ ਕੇ ਉਹਦੀ ਸੋਜਸ਼ ਖਤਮ ਕੀਤੀ ਗਈ ਤੇ ਦੂਜੇ ਦਿਨ ਉਹਦੇ ਕਿਰਪਾਨ ਦਾ ਮੁੱਠਾ ਜਿਹੜਾ ਉਹਦੇ ਹੱਥ ਤੋਂ ਜਿਹੜਾ ਉਹ ਅਲੱਗ ਹੋਇਆ। ਇਹ ਹੈ ਅਕਾਲੀ ਫੂਲਾ ਸਿੰਘ। ਵੈਸੇ ਮੈਂ ਉਹਨਾਂ ਦੇ ਜੀਵਨ ਨੂੰ ਸਾਰਾ ਨਹੀਂ ਬਿਆਨ ਕਰ ਸਕਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਮੰਨੇ ਕੀਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪੁਛਤਾਏ, ਕਾਗਜ਼ ਕਲਮ ਨਾਲ ਲਿਖਣ ਹਾਰ, ਮੰਨੇ ਕਾਬਹਿ ਕਰਨ। ਜਿਨ੍ਹਾਂ ਨੇ ਉਹਨੂੰ ਮੰਨ ਲਿਆ ਨਾ, ਉਹਨਾਂ ਦੇ ਬਾਰੇ ਆਪਾਂ ਕੱਲੀਆਂ ਵਿਚਾਰਾਂ ਹੀ ਕਰ ਸਕਦੇ ਆ, ਪੂਰਾ ਜੀਵਨ ਅਸੀਂ ਉਹਨਾਂ ਦਾ ਨਹੀਂ ਬੋਲ ਸਕਦੇ। ਸੋ ਸਾਧ ਸੰਗਤ ਜੀ, ਜਿਹੜਾ ਆਪਾਂ ਸ਼ਬਦ ਲਿਆ ਸੀਗਾ, ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ। ਮੈਂ ਰਾਤੀ ਇੱਕ ਵਾਅਦਾ ਕੀਤਾ ਸੀ, ਬਗਦਾਦ ਦੀ ਘਟਨਾ ਸੁਣਾਉਣੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ ਤੇ ਗਏ ਆ ਜੀ। ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨਾ ਮਾਰੀ, ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ। ਉੱਥੇ ਇੱਕ ਮੁਸਲਮਾਨ ਔਰਤ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਨ ਆਇਆ ਕਰਦੀ ਹੈ। ਉਹ ਮੁਸਲਮਾਨ ਔਰਤ ਨੇ ਮੂੰਹ ਤੇ ਹਜ਼ਾਬ ਪਾਇਆ, ਨਕਾਬ ਪਾਇਆ। ਉਹ ਰੋਜ਼ ਆਉਂਦੀ ਹੈ ਤੇ ਉੱਥੇ ਹੋਰ ਵੀ ਮੁਸਲਮਾਨ ਆਉਂਦੇ ਆ। ਉਹ ਹਨੇਰੇ ਵਿੱਚ ਆਉਂਦੀ ਹੈ ਤੇ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਹੀ ਆਪਣੇ ਘਰ ਨੂੰ ਚਲੀ ਜਾਂਦੀ ਹੈ, ਤਾਂ ਜੋ ਮੈਨੂੰ ਕੋਈ ਦੇਖੇ ਨਾ ਕਿ ਮੈਂ ਇੱਕ ਹਿੰਦੂ ਦਾ ਕੀਰਤਨ ਸੁਣਨ ਇੱਕ ਔਰਤ ਆ ਰਹੀ ਹੈ। ਸਮਾਂ ਆਪਣੀ ਚਾਲ ਦੇ ਨਾਲ 2-4 ਦਿਨ 5 ਦਿਨ 10 ਦਿਨ ਹੋਏ, ਇਦਾਂ ਚੱਲਦਾ ਗਿਆ। ਗੁਰੂ ਨਾਨਕ ਦੇਵ ਜੀ ਦੇ ਕੋਲ ਇੱਕ ਬਗਦਾਦ ਦੀ ਧਰਤੀ ਦਾ ਰਹਿਣ ਵਾਲਾ ਮੁਸਲਮਾਨ, ਉਹਦਾ ਨਾਮ ਹੈ ਤਾਜਦੀਨ। ਉਹ ਤਾਜਦੀਨ ਉਹਨਾਂ ਦੇ ਕੋਲ ਰਹਿੰਦਾ, ਹਮੇਸ਼ਾ ਗੁਰੂ ਨਾਨਕ ਦੇਵ ਜੀ ਦੀ ਦੁੱਧ ਤੇ ਖਜੂਰਾਂ ਦੀ ਹਰ ਰੋਜ਼ ਸੇਵਾ ਕਰਦਾ। ਉਹ ਤਾਜਦੀਨ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਉਹ ਜਿਹੜੀ ਪਿੱਛੇ ਔਰਤ ਬੈਠੀ ਆ ਸਲੀਮਾ, ਇਹਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਆਓ। ਹਲੇ ਸੂਰਜ ਦੀ ਟਿੱਕੀ ਨਹੀਂ ਚੜੀ, ਸੂਰਜ ਨਹੀਂ ਨਿਕਲਿਆ। ਉਹ ਔਰਤ ਨੇ ਆਪਣਾ ਹਿਜਾਬ ਉਤਾਰਿਆ, ਹਿਜਾਬ ਉਤਾਰ ਕੇ ਤੇ ਗੁਰੂ ਨਾਨਕ ਦੇ ਕੋਲ ਆਈ। ਜਦੋਂ ਗੁਰੂ ਨਾਨਕ ਦੇ ਕੋਲ ਆਈ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕੀਤਾ।
समझते हो ना। मत्था टेकिया, मत्था नहीं टेकिया, वो नीवी होई, सिजदा किया। गुरु नानक देव जी ने ਉਹਦੇ सिर ते हथ रख दिता। ਜਦੋਂ सिर ते हथ रख दिता ना ਉਹਦੇ, ਉਹ औरत दे कपाट खुल गए जी। ਉਹ औरत ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ ਤੇ ਮਹਾਰਾਜ ਨੇ ਕਿਹਾ, ਸਲੀਮਾ ਪੁੱਤਰ ਅੱਜ ਤੂੰ ਘਰ ਚਲੀ ਜਾ, ਅੱਜ ਮੇਰੇ ਕੀਰਤਨ ਦੀ ਸੰਪੂਰਨਤਾ तक ना बह, ਅੱਜ मेरी ਧੀਏ तू घर चली जा। ਉਹਨੇ नमस्कार की, सिजदा किया, वापस मुड़ी ते घर आ गई। ते पिछों गुरु नानक देव जी ने कहा, जो कुछ अज तैनू प्राप्त होया ਉਹਨੂੰ ਸਾਂਭ के रख लवी, ਉਹਨੂੰ जर लवी, ਐਵੇਂ ना ਥਾਂ ਥਾਂ ਤੇ ਉਹਨੂੰ ਜ਼ਾਹਰ ਕਰੀ। ਜਿਹੜੀ ਉਹਨੂੰ ਤਿੰਨ ਭਵਨਾਂ ਦੀ ਸੋਝੀ ਹੋਈ, ਜਿਹੜਾ ਉਹਦੇ ਅੰਦਰ ਸਿਮਰਨ ਚੱਲ ਪਿਆ, ਜਿਹੜਾ ਉਹਦੇ ਅੰਦਰ ਨਾਮ ਦੀ ਦਾਤ ਮਹਾਰਾਜ ਨੇ ਦਿੱਤੀ, ਉਹ ਜਦੋਂ ਘਰ ਗਈ ਤੇ ਘਰ ਪਹੁੰਚਣ ਤੋਂ ਪਹਿਲਾਂ ਉਹਦਾ ਘਰ ਵਾਲਾ ਜਿਹੜਾ ਜਾਜਾ ਗੁਲਾਮ ਉਹਦਾ ਨਾਂ, ਉਹ ਊਠਾਂ ਦਾ ਵਪਾਰ ਕਰਦਾ, ਉਹ ਊਠਾਂ ਦਾ ਵਪਾਰ ਕਰਦਾ ਤੇ ਉਹ ਅੱਜ ਰਾਤ ਨੂੰ ਆ ਗਿਆ, ਅੱਧੀ ਰਾਤ ਤੋਂ ਬਾਅਦ ਆ ਗਿਆ। ਜਦੋਂ ਆਇਆ ਤੇ ਉਹਨੂੰ ਸੁਨੇਹਾ ਪਹੁੰਚ ਚੁੱਕਾ ਸੀਗਾ ਉੱਥੇ ਹੀ ਕਿ ਤੂੰ ਵਪਾਰ ਕਰਦਾ ਰਹਿ ਤੇ ਤੇਰੀ ਘਰ ਵਾਲੀ ਕਾਫਰ ਕੋ ਜਾ ਕੇ ਕੀਰਤਨ ਸੁਣਦੀ ਪਈ ਹੈ, ਕਾਫਰ ਦੀਆਂ ਗੱਲਾਂ ਸੁਣਦੀ ਹੈ। ਹੁਣ ਉਹਨੂੰ ਬੜਾ ਉਹਨੂੰ, ਕਿਉਂਕਿ ਮੁਸਲਮਾਨ ਇਹਨਾਂ ਨੂੰ ਆਪਾਂ ਨੂੰ ਕਾਫਰ ਹੀ ਕਹਿੰਦੇ ਆ, ਕਾਫਰ ਦਾ ਨਾਂ ਸੁਣਦੀ ਹੈ, ਅੱਧੀ ਰਾਤ ਨੂੰ ਜਾਂਦੀ ਹੈ ਤੇ ਦਿਨ ਚੜਿਆ ਆਉਂਦੀ ਹੈ, ਪਤਾ ਨਹੀਂ ਕੀ ਕੁਛ ਬੋਲਿਆ ਹੋਊਗਾ। ਖੈਰ ਮੈਂ ਨਹੀਂ ਉਹ ਗੱਲਾਂ ਕਰਨੀਆਂ। ਉਹਨੂੰ ਬੜਾ ਗੁੱਸਾ ਚੜਿਆ। ਉਹ ਘਰ ਆਇਆ, ਇਹਦੇ ਆਉਣ ਤੋਂ ਪਹਿਲਾਂ ਉਹਨੇ ਡਾਂਗ ਨੂੰ ਤੇਲ ਲਾ ਕੇ ਬਹਿ ਗਿਆ, ਕਹਿੰਦਾ ਆਉਣ ਦੇ ਅੱਜ ਘਰ ਕਹਿੰਦਾ। ਤੇ ਜਦੋਂ ਸਲੀਮਾ ਘਰ ਗਈ, ਕੁੰਡਾ ਖੋਲਿਆ, ਲੱਗਾ ਡਾਂਗ ਮਾਰਨ, ਕਹਿੰਦੀ ਰੁਕ ਜਾ 1 ਮਿੰਟ, ਕਹਿੰਦੀ ਜਿਹੜਾ ਤੇਰੇ ਕੋਲੋਂ ਯੂਨਾਨ ਦੇ ਵਿੱਚ ਬੰਦਾ ਮਰ ਗਿਆ ਸੀਗਾ, ਉਹਦੇ ਕਤਲ ਚੋਂ ਤੈਨੂੰ ਮਾਫੀ ਮਿਲ ਗਈ। ਜਦੋਂ ਇੰਨੀ ਗੱਲ ਉਹਨੇ ਸੁਣੀ ਆ ਨਾ, ਜਿੱਥੇ ਡਾਂਗ ਰੱਖੀ ਸੀ ਉੱਥੇ ਹੀ ਰਹਿ ਗਈ, ਉਹਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ। ਕਹਿੰਦੀ ਤੂੰ ਚੋਰੀ ਆਇਆ, 500 ਦਿਨਾਰ ਲੈ ਗਿਆ, तेरा फैसला हो गया, बच के आ गया। वो साध संगत जी जिथे खड़ा सी उत्ते ही बुत बन गया, वो मंजे ते बह गया। कहंदा सलीमा तैनू किदां पता लगा, मैं ते चोरी आया, तू सुत्ती पई सी, मैं चुपचाप पैसे लैके चला गया, तैनू किदां पता लगा। कहंदी मैनू सारी घटना सुना। पता तो लग गया सलीमा नू। कहंदी अपने मूँहों सारी घटना सुना, फिर रखियो पंक्ति याद, जो प्रभ रखे आप। साध संगत जी ये ना एक किताब पढ़ियो, फिर तुसीं कहना किताब नूं आ सानूं किताबां नाल भार चका के चलिया। वो किताब का नाम है गुरु नानक दी बगदाद फेरी। इन्नी क किताब है, वो 30-40 अंग है। गुरु नानक दी बगदाद फेरी ये किताब अरबी में लिखी हुई सी। सियातोवा बाबा नानक जिहड़ी मक्के दियां लाइब्रेरियां विच पई सी, उत्थों सिख कौम लैके आई है कढ़ के। जो बगदाद दे विच ये सारियां घटनावां होईयां, उत्थे होर भी बहुत कुछ होया, वो सारा उस लिखिया होया। वो कहंदी तैनू किदां, वो कहंदा तैनू किदां पता लगा। कहंदी बह मेरे कोल सारी घटना सुना। कहंदा सलीमा जदों मैं इत्थों गया ना ते एक ऊठ मेरा अंगूरां दी वेल अंगूरां दे खेत विच वड़ गया, उन्हें सारे अंगूरां दे खेत उजाड़ दिता। उहदे मालक नूं गुस्सा आया, उन्हें डांगा मार मार के मेरा ऊठ मार दिता, मेरा ऊठ मार दिता। मैं कहंदा पत्थर चक्या, मैं पत्थर चक्या ते उन्होंने मारिया, वो कहंदा मर गया। वो मर गया तो मैनू कहंदा शरीया वालियां ने फड़ लिया, मैनू मुसलमाना ने फड़ के मैनू काजी सामने पेश करता। हुण कहंदा काजी सामने पेश किया तो उन्होंने कह दिता मौत का बदला मौत, कतल का बदला कतल। दूजा उन्होंने गल कही, जे तू इस कतल तो बचना चाहुंदा मैं तैनू परिवार नू 500 दिनार देने पैणगे। कहंदा मैं क्या मैं 500 दिनार ते दे देना, परंतु मेरे कोल है नहीं, मेरे कोल वापस पे है बगदाद, मैनू छुट्टी दिओ मैं जाके लैके आवां। काजी कहंदे तू सानू बेवकूफ समझिया भी तैनू वापस भेज दिए, तू लैके आवें। कहंदे अपना गवाह कोई इत्थे कहंदे छड्ड के जा। कहंदा मैं 2 दिन 3 दिन बड़ा परेशान रहा। सोमवार ऐतवार का दिन लंघ गया, ऐतवार का दिन लंघिया, सोमवार का दिन लंघिया। एक कहंदा सलीमा चिट्टे कपड़ियां वाला बुढ़ा आया, वो कहंदा जा जाजा गुलाम चला जा, मैं तेरी कहंदा गवाही दिना, मैं इत्थे बैठा रहिंदा। कहंदा मैं तेनू काजी सामने पेश करदा। वो कहंदा मैनू काजी नू मैं उन्होंने पेश किया, आ बजुर्ग इत्थे बैठेगा 2-3 दिन वास्ते, मैं शुक्रवार तो पहला पहला आ जावांगा, जुम्मे वाले दिन तो पहला पहला आ जावांगा पैसे लैके। काजी कहंदा ठीक है। काजी ने उस बजुर्ग नू चक्या, जेल विच बंद करता। 2 दिन बीत गए, 3 दिन बीत गए, वो जाजा गुलाम नहीं आया। ते काजी ने उस बजुर्ग नू पता की किया, कहंदा तू फस गया, तू गलत गवाही दे दी,
ਤੈਨੂੰ ਸ਼ੁੱਕਰਵਾਰ ਨੂੰ ਕਹਿੰਦਾ ਚਾੜ ਦੇਣਾ ਗੱਡੀ, ਤੇਰਾ ਕਤਲ ਕਰ ਦੇਣਾ, ਕਿਉਂਕਿ ਉਹ ਜੁਮੇ ਦੇ ਜੁਮੇ ਦਿਨ ਸਜ਼ਾ ਦਿੰਦੇ ਆ। ਜੁਮੇ ਦੇ ਜੁਮੇ ਦਿਨ ਉਹਨਾਂ ਦਾ ਹੁੰਦਾ, ਨਮਾਜ਼ ਪੜ੍ਹਨ ਤੋਂ ਬਾਅਦ, ਜੁਮੇ ਨਮਾਜ਼ ਤੋਂ ਬਾਅਦ ਉਹ ਸਜ਼ਾ ਦਿੰਦੇ ਆ। ਕਹਿੰਦੇ ਤੂੰ ਫਸ ਗਿਆ। ਤੇ ਉੱਥੇ ਫਿਰ ਉਸ ਬੁੱਢੇ ਨੇ ਪਤਾ ਕੀ ਕਿਹਾ, ਉਹ ਕਾਜ਼ੀ ਕਹਿੰਦਾ ਤੂੰ ਗਲਤ ਗਵਾਹੀ ਦੇਤੀ। ਉਹ ਬੁੱਢਾ ਕਹਿੰਦਾ ਜਿਹਦੀਆਂ ਗਵਾਹੀਆਂ ਮੈਂ ਦੇ ਦੇਵਾਂ ਨਾ, ਉਹ ਕਦੀ ਧੋਖਾ ਨਹੀਂ ਉਹ ਦਿੰਦੇ। ਜਿਹਦੀ ਗਵਾਹੀ ਮੈਂ ਦੇ ਦੇਵਾਂ ਉਹ ਕਦੀ ਧੋਖਾ ਨਹੀਂ ਕਰਦੇ। ਜੁਮੇ ਦੀ ਨਮਾਜ਼ ਚੱਲਦੀ ਪਈ ਹੈ, ਜੁਮੇ ਦੀ ਨਮਾਜ਼ ਤੇ ਜਾਜਾ ਗੁਲਾਮ ਵਾਪਸ ਆ ਗਿਆ। ਉਸ ਬਜ਼ੁਰਗ ਨੂੰ ਕਿਹਾ, ਬਜ਼ੁਰਗ ਜੀ ਤੁਸੀਂ ਚਲੇ ਜਾਓ, ਮੈਂ ਆ ਗਿਆ 500 ਦਿਨਾਰ ਲੈ ਕੇ। ਉਹਨੇ 500 ਦਿਨਾਰ ਕਾਜੀ ਨੂੰ ਦਿੱਤੇ। ਕਾਜੀ ਨੂੰ ਦੇ ਕੇ ਜਦੋਂ ਬਾਹਰ ਬਜ਼ੁਰਗ ਨੂੰ ਮਿਲਣ ਗਿਆ, ਉਹ ਬਜ਼ੁਰਗ ਉੱਥੇ ਹੈ। ਤੇ ਸਲੀਮਾ ਕਹਿੰਦੀ ਹੁਣ ਤੂੰ ਆਰਾਮ ਕਰ, ਸਵੇਰੇ ਮੈਂ ਤੈਨੂੰ ਅੱਧੀ ਰਾਤ ਨੂੰ ਉਠਾਵਾਂਗੀ, ਤੂੰ ਸਵੇਰੇ ਉੱਠੀ ਤੇ ਮੇਰੇ ਨਾਲ ਚੱਲੀ, ਮੈਂ ਤੈਨੂੰ ਕੁਝ ਦਿਖਾਵਾਂਗੀ। ਸਲੀਮਾ ਦੇ ਨਾਲ ਉੱਠਿਆ, ਦੋਨੋਂ ਜਣੇ ਤਿਆਰ ਹੋ ਕੇ। ਅੱਜ ਸਲੀਮਾ ਨੇ ਦੁੱਧ ਗਰਮ ਕੀਤਾ, ਅੱਜ ਸਲੀਮਾ ਨੇ ਖਜੂਰਾਂ ਪਾਈਆਂ ਤੇ ਅੱਧੀ ਰਾਤ ਨੂੰ 12 ਵਜੇ ਤੋਂ ਬਾਅਦ ਚੱਲੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕੀਰਤਨ ਦੀ ਧੁਨ ਚਲਾ ਰਹੇ ਆ, ਮਹਾਰਾਜ ਕੀਰਤਨ ਦੀ ਧੁਨ ਚਲਾ ਰਹੇ ਹੈ। ਸਮਾਂ ਆਪਣੀ ਚਾਲ ਨਾਲ ਜਾਂਦਿਆ ਸੂਰਜ ਦੀ ਟਿੱਕੀ ਨਿਕਲ ਰਹੀ ਹੈ। ਮਹਾਰਾਜ ਦੇ ਰੂਹਾਨੀਅਤ ਭਰੇ ਚਿਹਰੇ ਦੇ ਉੱਪਰ ਹਲਕੀ ਹਲਕੀ ਪੀਲੇ ਗੁਲਾਬੀ ਰੰਗ ਦੀ ਸੂਰਜ ਦੀ ਜਿਹੜੀ ਲੋ ਪੈ ਰਹੀ ਹੈ। ਜਦੋਂ ਉਸ ਜਾਜਾ ਗੁਲਾਮ ਨੇ ਦੇਖਿਆ, ਸਲੀਮਾ ਦੀ ਬਾਂਹ ਫੜੀ, ਸਲੀਮਾ ਆ ਤਾਂ ਉਹੀ ਬਜ਼ੁਰਗ ਹੈ। ਕਹਿੰਦੀ ਉੱਠ ਫੇ ਜਾ ਕੇ ਮੱਥਾ ਟੇਕ, ਇਹੋ ਹੀ ਸੀਗਾ ਜਿਹਦਾ ਮੈਂ ਰੋਜ਼ ਕੀਰਤਨ ਸੁਣਨ ਆਉਂਦੀ ਹਾਂ, ਇਹੋ ਹੀ ਉਹ ਹੈ ਜਿਹਨੇ ਤੈਨੂੰ ਮੌਤ ਦੇ ਸ਼ਿਕੰਜੇ ਦੇ ਵਿੱਚੋਂ ਬਚਾ ਦਿੱਤਾ। ਉੱਥੇ ਮੇਰਾ ਗੁਰੂ ਅਰਜਨ ਕਹਿ ਰਿਹਾ, ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥ ਹਨ। ਸਿੱਖਾਂ, ਮੈਂ ਇੱਕ ਆਖਰੀ ਬੇਨਤੀ ਕਰਨੀ ਚਾਹੁੰਦਾ, ਬੰਦਿਆਂ ਦੀਆਂ ਖੁਸ਼ਾਮਦਾਂ ਕਰਨ ਦੀ ਬਜਾਏ, ਬੰਦਿਆਂ ਦੀਆਂ ਸਿਫਤਾਂ ਕਰਨ ਦੀ ਬਜਾਏ ਕੱਖ ਨਹੀਂ ਉਹ ਮਿਲਣਾ। ਉਸ ਗੁਰੂ ਨਾਨਕ ਦੀਆਂ ਸਿਫਤਾਂ ਰੱਜ ਕੇ ਕਰ, ਉਹ ਤੈਨੂੰ ਧਰਤੀ ਤੋਂ ਚੱਕ ਕੇ ਅਰਸ਼ਾਂ ਤੱਕ ਪਹੁੰਚਾ ਦੇਵੇਗਾ। ਉਹ ਤੈਨੂੰ ਧਰਤੀ ਤੋਂ ਚੱਕ ਕੇ ਅਰਸ਼ਾਂ ਤੱਕ ਪਹੁੰਚਾ ਦੇਵੇਗਾ। ਗੁਰੂ ਨਾਨਕ ਦੇਵ ਜੀ ਐਸੀ ਅਸੀਮ ਸ਼ਕਤੀ ਹੈ। ਸਾਧ ਸੰਗਤ ਜੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਆਓ ਆਪਾਂ ਇੱਕ ਬਚਨ ਦੇ ਨਾਲ, ਆਖਰੀ ਬਚਨ ਦੇ ਨਾਲ ਸਾਰੇ ਸਾਂਝ ਪਾਈਏ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਮੈਂ ਲੈ ਦੇ ਵਿੱਚ ਬੋਲਾਂਗਾ, ਤੁਸੀਂ ਵੀ ਮੇਰੇ ਪਿੱਛੇ ਪਿੱਛੇ ਬੋਲਣਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਜਪੋ ਤਾਂ ਏਕੋ ਨਾਮਾ, ਜਪੋ ਤਾਂ ਏਕੋ ਨਾਮਾ। ਉਹ ਇੱਕ ਦੀ ਸਾਨੂੰ ਐਡਰੈਸ ਕਿਹਨੇ ਦਿੱਤਾ? ਉਹ ਦਿੱਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਸੋ ਸਾਧ ਸੰਗਤ ਜੀ, ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਆਪਸੀ ਪਿਆਰ ਬਣਾ ਕੇ ਰੱਖੋ। ਬਾਬਾ ਸ਼੍ਰੀ ਚੰਦ ਜੀ ਆਪਣੇ ਹੰਕਾਰ ਨੂੰ ਤੋੜ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਏ ਹੈ। ਮੇਰੀ ਗੱਲ ਧਿਆਨ ਨਾਲ ਸੁਣਿਓ। ਆਪਣੇ ਹੰਕਾਰ ਨੂੰ ਤੋੜ ਕੇ ਗੁਰੂ ਰਾਮਦਾਸ ਕੋ ਆਏ ਹੈ ਤੇ ਗੁਰੂ ਰਾਮਦਾਸ ਨੂੰ ਕਿਹਾ ਇੰਨਾ ਦਾੜਾ ਲੰਬਾ ਕਿਉਂ ਵਧਾਇਆ? ਤੇ ਉਹਨਾਂ ਨੇ ਕਿਹਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ। ਜਦੋਂ ਅਸੀਂ ਆਪਣੇ ਅੰਦਰ ਦੀ ਹਉਮੈ ਤੋੜ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਵਾਂਗੇ ਨਾ, ਤੇ ਸਾਡੇ ਪਰਿਵਾਰਾਂ ਦੀਆਂ, ਸਾਡੇ ਯਾਰਾਂ ਦੀਆਂ, ਸਾਡੇ ਦੋਸਤਾਂ ਦੀਆਂ ਕਈ ਸਾਲਾਂ ਤੋਂ ਪਈਆਂ ਹੋਈਆਂ ਵਿਥਾਂ ਇੱਕ ਸਕਿੰਟ ਵਿੱਚ ਖਤਮ ਹੋ ਜਾਣਗੀਆਂ। ਆਪਾਂ ਸੰਸਾਰ ਤੋਂ ਲੈ ਕੇ ਕੀ ਜਾਣਾ, ਪਹਿਲਾਂ ਮੈਨੂੰ ਇਹ ਦੱਸੋ। ਇਸ ਕਰਕੇ ਆਪਾਂ ਸਾਰੇ ਇਕੱਠੇ ਹੋਈਏ, ਯੂਨੀਅਨ ਇਕੱਠੇ ਹੋਈਏ, ਇਕੱਠ ਵੇ ਸਾਧ ਸੰਗਤ ਜੀ। ਜੇਕਰ ਇਕੱਠੇ ਹੋਵਾਂਗੇ ਨਾ ਤੇ ਕੌਮ ਦਾ ਭਲਾ ਹੋਵੇਗਾ, ਸਾਡਾ ਆਪਣਾ ਭਲਾ ਹੋਵੇਗਾ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।